जुड़ बैठे सतसंगी जनों, श्री गुरु गोबिंद सिंह महाराज जी दे पावन चरण छो प्राप्त स्थान गुरुद्वारा नाडा साहिब विखे सत संगत दे विच हाजरी पा रही गुरु प्यारी साध संगत जी सतगुरु जी वल्लों बख्शी हुई पावन फतेह नाल सांझ पाओ। वाहेगुरु जी का खालसा वाहेगुरु जी की फतेह। जिस शब्द नूं आप जी ने ज्ञानी जी पासों श्रवण किया है, आओ उस दी जिहड़ी विचार है उन्होंने आपां श्रवण करने का यतन करिए। इस शब्द नूं अगर गौ दे नाल विचारिया जाए, इस दे विच महाराज ये उपदेश दिंदे ने कि अगर जीव विकारां दे चुंगल दे विच फस गया, ये जिहड़ी कर्म इंद्रियां अते ज्ञान इंद्रियां दी रचना है, अगर मन इन्हां दे मगर लग जाए, वो अपने जीवन दे विच किन्ने दुख कष्ट सहेड़ लैंदा है। महाराज कहते ने मिठै मक्खू मूआ क्यों ले उडारी। ये पहला उदाहरण ले ने महाराज ने दो। जिवें मक्खी है, मक्खी मिठे दे उत्ते बह जाए, वो मिठे नूं अपने अंदर प्राप्त करदियां, उहदा रस प्राप्त करदियां इन्नी को लीन हो जाती है भी मुड़ के फिर उस तो उड़ नहीं सकती। इवें जिहड़ा मनुख है, जदों तक ये जिहड़े बाहर दे रस हन उन्हां रसां दे विच लीन रहिंदा है, क्योंकि एक कारण भी है इत्थे। या तो मनुख नूं हर रस दे स्वाद दा पता होवे भी वो रस कैसा है। हुण जिद्दण दा ये जन्मे है, इस धरा दे उत्ते इन्हें जन्म लिया है, शरीर धारण किया है, उदण दा सिर्फ ते सिर्फ इनू इन्हां 9 रसां का जिक्र है, ज्ञान है जिहड़ा जिक्र गुरबाणी दा है। रस सोयना, रस रूपा कामण, रस परमल की वास, रस घोड़े, रस सेजा मंदर, रस मिठा, रस मास। इन्हां रसां का ज्ञान है। इस तो बाहर सतसंग विच, कथा विच, होर अनेकां थावां ते इंसान ने बड़ी वारी ये सुनिया है कि हरी रस भी है, और वो रस ऐसा है जे वो रस आ जाए तो फिर ये रस चंगे नहीं लगते। दूजी गल, उस रस की प्राप्ति दे नाल दुख रोग ते संताप ये भी उतर जाते हैं। हुण जदों तई वो रस नहीं आएगा उदों तई तो फिर ये बने रहणगे। पर इंसान अपने तल ते हमेशा यतनशील रहिंदा है कि शायद मेरे को दुनिया दे रस घट ने ते मेरे दुखों का कारण भी यही है।
ਹੁਣ ਇਸ ਕਰਕੇ ਇਹਨਾਂ ਪਦਾਰਥਾਂ ਦੇ ਪ੍ਰਤੀ ਇਹਦੀ ਤ੍ਰਿਸ਼ਨਾ ਵੀ ਹੈ, ਇਹਨਾਂ ਦੀ ਪ੍ਰਾਪਤੀ ਦੇ ਲਈ ਯਤਨ ਵੀ ਹੈ, ਇਹਨਾਂ ਦੇ ਲਈ ਲੜਾਈ ਵੀ ਹੈ, ਝਗੜਾ ਵੀ ਹੈ। ਸਾਰਾ ਕੁਝ ਇਹਨਾਂ ਦੇ ਲਈ ਹੈ। ਇਹਦਾ ਉੱਠਣਾ ਬਹਿਣਾ ਸੌਣਾ ਜਾਗਣਾ ਸਾਰਾ ਕੁਝ ਇਹਨਾਂ ਰਸਾਂ ਦੇ ਲਈ ਹੈ। ਉਹ ਮਿੱਠੇ ਲਈ ਹੋ ਸਕਦਾ ਹੈ, ਉਹ ਸੋਇਨੇ ਲਈ ਹੋ ਸਕਦਾ ਹੈ, ਉਹ ਰਾਜ ਲਈ ਹੋ ਸਕਦਾ ਹੈ, ਉਹ ਪ੍ਰਭਤਾ ਲਈ ਹੋ ਸਕਦਾ ਹੈ, ਸਨਮਾਨ ਲਈ ਹੋ ਸਕਦਾ ਹੈ, ਕਿਉਂਕਿ ਗਿਆਨ ਹੀ ਇੰਨਾ ਕੁ ਹੈ, ਸੋਝੀ ਇੰਨੀ ਹੈ। ਹੁਣ ਜਦੋਂ ਤਾਈਂ ਇਨਸਾਨ ਵਿੱਚ ਸੋਝੀ ਨਹੀਂ ਵਧੇਗੀ, ਉਹਦੀ ਖੁਦ ਦੀ ਚੇਤਨਾ ਨਹੀਂ ਵਧੇਗੀ, ਅਕਾਲ ਪੁਰਖ ਉਹਦੇ ਤੇ ਕਿਰਪਾ ਨਹੀਂ ਕਰੇਗਾ, ਉਦੋਂ ਤਾਈਂ ਇਹਨਾਂ ਰਸਾਂ 'ਚੋਂ ਉਹਨੂੰ ਕੋਈ ਕੱਢ ਨਹੀਂ ਸਕਦਾ। ਹੁਣ ਜਦੋਂ ਤਾਈਂ ਇਹਨਾਂ ਰਸਾਂ ਵਿੱਚ ਹੋਏਗਾ, ਇਹਨਾਂ ਰਸਾਂ ਲਈ ਪਾਪ ਵੀ ਕਮਾਏਗਾ। ਇਹ ਵੀ ਸੱਚਾਈ ਹੈ। ਮਤਲਬ ਇਨਸਾਨ ਦੇ ਸਿਰ ਦੇ ਉੱਤੇ ਕਾਮ ਰਸ ਪ੍ਰਭਾਵੀ ਹੋ ਗਿਆ, ਫਿਰ ਉਹਦੀ ਪ੍ਰਾਪਤੀ ਦੇ ਲਈ ਉਹ ਯਤਨ ਵੀ ਕਰੇਗਾ, ਉਹਦੇ ਲਈ ਪਾਪ ਵੀ ਕਰੇਗਾ। ਪਾਪ ਪੁੰਨ ਦੀ ਵਿੱਚ, ਕਿਉਂਕਿ ਉਹਨੂੰ ਤੇ ਉਹੀ ਰਸ ਵੱਡਾ ਲੱਗਦਾ ਨਾ। ਜਿਹੜਾ ਰਸ ਇਨਸਾਨ ਨੂੰ ਵੱਡਾ ਲੱਗੇਗਾ ਉਹਦੇ ਲਈ ਯਤਨਸ਼ੀਲ ਹੋਵੇਗਾ। ਉਹ ਭਾਵੇਂ ਲੋਭ ਹੋਵੇ, ਭਾਵੇਂ ਕਾਮ ਹੋਵੇ, ਤੇ ਭਾਵੇਂ ਕ੍ਰੋਧ ਹੋਵੇ। ਸੋ ਇਨਸਾਨ ਬਾਣੀ ਇਹ ਕਹਿੰਦੀ ਹੈ, ਜਿਵੇਂ ਮੱਖੀ ਗੁੜ ਦੇ ਉੱਤੇ ਬਹਿ ਜਾਂਦੀ ਹੈ ਤੇ ਮੁੜ ਕੇ ਉੱਡਦੀ ਨਹੀਂ, ਉਸ ਰਸ ਵਿੱਚ ਲੀਨ ਹੀ ਹੋ ਜਾਂਦੀ ਹੈ। ਦੂਜਾ ਮਹਾਰਾਜ ਉਦਾਹਰਣ ਦਿੰਦੇ, ਹਸਤੀ ਗਰਤ ਪਿਆ ਕਿਉਂ ਤਰੀਏ ਤਾਰੀ। ਇੱਕ ਨਾ ਚਲ ਆਪਾਂ ਅੱਜ ਦੇ ਸ਼ਬਦ ਵਰਤਦੇ ਹਾਂ ਕਿਵੇਂ। ਗੁਰਬਾਣੀ ਵਿੱਚ ਸ਼ਬਦ ਹੈ ਕਿਮ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਣੀ ਕਿਵ ਜਾਣਾ। ਆਮ ਆਪਾਂ ਮਾਝੇ ਦੇ ਵਿੱਚ ਇਹ ਸ਼ਬਦ ਬੋਲਦੇ ਹਾਂ ਕਿਉਂ, ਹਿਉਂ, ਕਿਉਂ, ਕਿਵ ਤੇ ਕਿਉਂ। ਜਦੋਂ ਆਪਾਂ ਜੋਗਿੰਦਰ ਸਿੰਘ ਤਲਵਾੜਾ ਨੂੰ ਪੜ੍ਹਦੇ ਹਾਂ, ਉਹ ਕਹਿੰਦੇ ਨੇ ਇਹ ਜਿਹੜੇ ਦੋਵੇਂ ਸ਼ਬਦ ਨੇ ਸਮਾਨ ਅਰਥੀ ਸ਼ਬਦ ਨੇ, ਇਹਨਾਂ ਦਾ ਅਰਥ ਇੱਕੋ ਹੀ ਹੈ, ਕਿਵ ਦਾ ਵੀ ਤੇ ਕਿਉਂ ਦਾ ਵੀ। ਤੇ ਆਪਾਂ ਇਹਨੂੰ ਪੜ੍ਹਨਾ ਕਿਉਂ। ਆਮ ਇਹਦਾ ਜਿਹੜਾ ਲਹਿਜਾ ਹੈ ਬੋਲਣ ਦਾ ਕਿਉਂ ਹੈ, ਵੀ ਕਿਵੇਂ ਤਰੀਏ। ਫਿਰ ਜਿਵੇਂ ਹਸਤੀ ਹਾਥੀ ਹੈ, ਹਾਥੀ ਖੱਡ ਦੇ ਵਿੱਚ ਡਿੱਗ ਗਿਆ, ਕਾਮ ਰਸ ਦੇ ਵਿੱਚ ਗੁੱਝਾ ਹੋਇਆ, ਕਾਮ ਰਸ ਦੇ ਵਿੱਚ ਲੀਨ, ਹਾਥੀ ਨੂੰ ਫੜਨ ਲੱਗਿਆ। ਇਸ ਪ੍ਰਕਾਰ ਦੀ ਵਿਉਂਤ ਬਣਾਈ ਜਾਂਦੀ ਹੈ, ਜਿਵੇਂ ਬਾਣੀ ਨੇ ਕਿਹਾ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ। ਮਹਾਰਾਜ ਕਹਿੰਦੇ ਨੇ ਮੇਰਿਆ ਮਨਾ, ਜਿਵੇਂ ਹਾਥੀ ਨੂੰ ਫੜਨ ਲਈ ਨਕਲੀ ਹੱਥਣੀ ਬਣਾਈ ਜਾਂਦੀ ਹੈ ਤੇ ਥੱਲੇ ਟੋਆ ਪੱਟ ਕੇ ਉੱਤੇ ਖਿਲਾਰੀ ਜਾਂਦੀ ਹੈ, ਤੇ ਹਾਥੀ ਕਾਮ ਦੇ ਮੱਧ ਵਿੱਚ ਮਸਤ ਹੋਇਆ ਜਾਓ ਖੱਡ ਵਿੱਚ ਡਿੱਗਦਾ। ਹੁਣ ਜਦੋਂ ਖੱਡ ਵਿੱਚ ਡਿੱਗ ਗਿਆ, ਹੁਣ ਨਿਕਲਣ ਦਾ ਤੇ ਕੋਈ ਉਪਾਅ ਹੀ ਨਾ ਰਿਹਾ, ਰਾਹ ਕੋਈ ਨਹੀਂ ਰਿਹਾ। ਹੁਣ ਜੇ ਉਪਾਅ ਕੋਈ ਨਹੀਂ ਫਿਰ ਤਰੇ ਕਿਵੇਂ। ਅਸਲ ਦੇ ਵਿੱਚ ਤੇ ਮੈਂ ਇੱਕ ਹੋਰ ਵੀ ਬੇਨਤੀ ਇੱਥੇ ਕਰਦੇ ਹਾਂ, ਹਰੇਕ ਵਿਅਕਤੀ ਦੇ ਮਨ ਦੇ ਵਿੱਚ ਇਹ ਲਾਲਸਾ ਨਹੀਂ ਹੈ ਵੀ ਮੈਂ ਭਵ ਸਾਗਰ ਤੋਂ ਤਰਨਾ ਹੈ, ਨਹੀਂ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਉਹਨੂੰ ਭਵ ਸਾਗਰ ਦਾ ਹੀ ਗਿਆਨ ਨਹੀਂ ਹੈ। ਮੰਨ ਲਓ ਇੱਕ ਇਨਸਾਨ ਡੁੱਬ ਰਿਹਾ ਹੈ, ਉਹਨੂੰ ਪਹਿਲਾਂ ਘੱਟੋ ਘੱਟ ਇਹ ਤੇ ਗਿਆਨ ਹੋਵੇ ਨਾ ਮੈਂ ਡੁੱਬ ਰਿਹਾ, ਫੇਰ ਹੀ ਤੇ ਉਹ ਚੀਕਾਂ ਮਾਰੇਗਾ ਵੀ ਮੈਨੂੰ ਬਚਾਓ। ਜਦੋਂ ਪਹਿਲੇ ਤਲ ਤੇ ਇਨਸਾਨ ਨੂੰ ਇਹ ਗਿਆਨ ਹੀ ਨਹੀਂ ਵੀ ਮੈਂ ਡੁੱਬ ਰਿਹਾ, ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਸੋਹਿਲਾ ਸਾਹਿਬ ਦੇ ਵਿੱਚ ਵੀ ਇਨਸਾਨ ਨੂੰ ਘੱਟੋ ਘੱਟ ਗਿਆਨ ਤੇ ਹੋਏ ਨਾ ਪਹਿਲਾਂ ਵੀ ਮੈਂ ਡੁੱਬ ਰਿਹਾ। ਪੰਕਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ। ਮੋਹ ਰੂਪੀ ਚਿੱਕੜ ਹੈ, ਉਹਦੇ ਵਿੱਚ ਮੰਨ ਲਓ ਮੈਂ ਹੀ ਡੁੱਬ ਰਿਹਾ, ਪਰ ਮੈਨੂੰ ਘੱਟੋ ਘੱਟ ਗਿਆਨ ਤੇ ਹੋਵੇ ਨਾ ਮੈਂ ਡੁੱਬ ਰਿਹਾ, ਫਿਰ ਤੇ ਮੈਂ ਆਪਣੀ ਸਹਾਇਤਾ ਦੇ ਲਈ ਕਿਸੇ ਨੂੰ ਪੁਕਾਰ ਸਕਦਾ। ਹੁਣ ਪਹਿਲਾਂ ਗਿਆਨ ਹੀ ਨਹੀਂ, ਡੁੱਬਣ ਦਾ ਹੀ ਗਿਆਨ ਹੈ ਨਹੀਂ,
ਪਤਾ ਤੇ ਲੱਗੇ ਅਸੀਂ ਭਵ ਸਾਗਰ ਦੇ ਵਿੱਚ ਆ। ਭਵ ਸਾਗਰ ਹੈ ਕੀ ਚੀਜ਼ ਹੈ? ਹੁਣ ਭਵ ਸਾਗਰ ਹੈ ਜਿਹੜਾ, ਉਹ ਕੋਈ ਸਰੀਰਿਕ ਰਚਨਾ ਤੇ ਹੈ ਨਹੀਂ, ਉਹ ਤੇ ਇੱਕ ਮਾਨਸਿਕ ਰਚਨਾ ਹੈ। ਮਨ ਉਹਦੇ ਵਿੱਚ ਲੀਨ ਹੈ। ਹੁਣ ਮਨ ਜਿੱਦਣ ਆਪ ਕਹੇਗਾ ਨਾ ਵੀ ਮੈਂ ਕਾਮੀ ਹਾਂ, ਮੈਂ ਕ੍ਰੋਧੀ ਹਾਂ, ਮੈਂ ਲੋਭੀ ਹਾਂ, ਫਿਰ ਰੱਬ ਦੀ ਅਰਦਾਸ ਸੁਣੇਗਾ। ਐਵੇਂ ਨਹੀਂ ਸੁਣਦਾ। ਮਹਾਰਾਜ ਨੇ ਬਾਣੀ ਵਿੱਚ ਨਹੀਂ ਗਿਆ ਵੀ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਪਰ ਪਹਿਲਾਂ ਇਹ ਸ਼ਬਦ ਪੜ੍ਹ ਲੈਣਾ ਜਿੰਨਾ ਸੌਖਾ, ਪਹਿਲਾਂ ਗਿਆਨ ਤੇ ਹੋਵੇ ਮੇਰੇ ਅੰਦਰ ਔਗੁਣ ਕਿਹੜੇ ਕਿਹੜੇ ਨੇ। ਚਲੋ ਤੁਸੀਂ ਕਦੇ ਬਹਿ ਕੇ ਨਾ ਇਕੱਲੇ ਦਿਨ ਦੇ ਵਿੱਚ ਕਦੇ ਵਿਚਾਰਿਆ ਜੇ ਮੇਰੇ ਅੰਦਰ ਗੁਨਾਹ ਤੇ ਔਗੁਣ ਕਿਹੜੇ ਕਿਹੜੇ ਨੇ, ਐਬ ਕਿਹੜੇ ਕਿਹੜੇ ਨੇ ਮੇਰੇ ਅੰਦਰ। ਤੁਸੀਂ ਹੈਰਾਨ ਹੋ ਜਾਓਗੇ, ਆਪਣੇ ਅੰਦਰ ਐਬ ਹੀ ਕੋਈ ਨਹੀਂ ਲੱਭਣਾ। ਤੇ ਕਦੇ ਇਹ ਵਿਚਾਰਿਓ ਵੀ ਮੇਰੇ ਅੰਦਰ ਗੁਣ ਕਿਹੜੇ ਕਿਹੜੇ ਨੇ, ਤੁਹਾਨੂੰ ਅਨੇਕਾਂ ਗੁਣ ਲੱਭ ਜਾਣਗੇ। ਇਨਸਾਨ ਸਾਰਾ ਦਿਨ ਆਪਣੇ ਆਪਣੇ ਗੁਣਾਂ ਦਾ ਤੇ ਗੁਣਗਾਨ ਕਰਦਾ। ਮੰਨ ਲਓ ਅਗਰ ਅਸੀਂ ਘਰ ਵਿੱਚ ਬੈਠੇ ਹਾਂ, ਸਵੇਰੇ ਉੱਠੇ ਹਾਂ 8 ਵਜੇ ਤੋਂ ਲੈ ਕੇ ਤੇ ਸ਼ਾਮ ਦੇ 10 ਵਜੇ ਤਾਈਂ ਜਾਗੇ ਹਾਂ, ਤੇ ਘਰ ਵਿੱਚ ਕਿਹੜੀਆਂ ਗੱਲਾਂ ਤੇ ਚਰਚਾ ਹੋਏਗੀ? ਜਾਂ ਤੇ ਕਿਸੇ ਵਸਤੂ ਦੇ ਗੁਣ ਤੇ ਅਵਗੁਣ। ਮੰਨ ਲਓ ਘਰ ਵਿੱਚ ਕੋਈ ਨਵੀਂ ਸ਼ੈ ਲੈ ਆਂਦੀ ਜਿਹੜੀ ਕਲੋਨੀ ਵਿੱਚ ਆਪਾਂ ਰਹੀਆਂ, ਤੇ ਕਿਸੇ ਵਸਤੂ ਦੀ ਗੁਣ ਤੇ ਅਵਗੁਣ, ਜਾਂ ਫਿਰ ਕਿਸੇ ਇਨਸਾਨ ਦੇ ਗੁਣ ਤੇ ਅਵਗੁਣ। ਹੁਣ ਤੀਜਾ ਤੇ ਕਨਸੈਪਟ, ਤੀਜਾ ਤੇ ਸਬਜੈਕਟ ਹੀ ਨਹੀਂ ਹੈ। ਤੀਜਾ ਤੇ ਫਿਰ ਰੱਬ ਹੈ ਵੀ ਰੱਬ ਦੇ ਗੁਣ ਕਿਹੜੇ ਨੇ। ਉਹਨਾਂ ਦੀ ਵਿਚਾਰ ਤੇ ਬੜੀ ਔਖੀ ਹੈ ਨਾ। ਵਿਚਾਰ ਤੇ ਦੋਵਾਂ ਚੀਜ਼ਾਂ ਦੀ ਹੁੰਦੀ ਹੈ। ਘਰ ਵਿੱਚ ਜਾ ਕੇ ਵੇਖੋ, ਕਿਤੇ ਵੀ ਕੋਈ ਇਨਸਾਨ ਬੈਠਾ ਹੋਵੇ ਨਾ, ਤੁਸੀਂ ਉਹਦੇ ਕੋਲ ਜਾ ਕੇ ਬਹਿ ਜਾਓ। ਇਹ ਵੀ ਇੱਕ ਮਨੋਵਿਗਿਆਨ ਦਾ ਮੈਥਡ ਹੈ। ਮਨੋਵਿਗਿਆਨ ਦੀ ਜਦੋਂ ਆਪਣੇ ਪ੍ਰਾਇਮਰੀ ਸਟੇਜ ਹੈ ਉਹਨੂੰ ਸਿੱਖਣ ਦੀ, ਉਹਦੇ ਵਿੱਚ ਨਾ 5-4 ਮੈਥਡ, ਜਿਵੇਂ ਐਕਸਪੈਰੀਮੈਂਟ ਮੈਥਡ ਹੈ, ਉਹਦੇ ਵਿੱਚ ਕਈ ਮੈਥਡ। ਇੱਕ ਮੈਥਡ ਇਹ ਵੀ ਹੈ, ਇੱਕ ਘੱਟੋ ਘੱਟ ਇਨਸਾਨ ਦੇ ਕੋਲ ਬਹਿ ਕੇ ਵੇਖੋ ਤੇ ਸਹੀ ਇਹ ਬੋਲਦਾ ਕੀ ਹੈ, ਇਹ ਕਹਿੰਦਾ ਕੀ ਹੈ, ਸੁਣਦਾ ਕੀ ਹੈ, ਖਾਂਦਾ ਕੀ ਹੈ। ਤੁਸੀਂ ਇਨਸਾਨ ਦੇ ਕੋਲ ਬਹਿ ਕੇ ਵੇਖੋ। ਜਿੰਨੇ ਵੀ ਇਨਸਾਨ ਤੁਹਾਨੂੰ ਨੇੜੇ ਨੇੜੇ ਵੇਖਦੇ ਨੇ ਉਹਨਾਂ ਕੋਲ ਬੈਠੋ, ਇਹ ਸੁਣੋਗੇ ਤੁਸੀਂ, ਜਾਂ ਤਾਂ ਉਹ ਕਿਸੇ ਵਸਤੂ ਦੇ ਗੁਣ ਵਿਚਾਰ ਰਹੇ ਨੇ ਜਾਂ ਅਵਗੁਣ ਵਿਚਾਰ ਰਹੇ ਨੇ, ਜਾਂ ਕਿਸੇ ਇਨਸਾਨ ਦੇ ਗੁਣ ਵਿਚਾਰ ਰਹੇ ਨੇ, ਅਵਗੁਣ ਵਿਚਾਰ ਰਹੇ ਨੇ। ਇਹੀ ਵਿਚਾਰ ਹੈ ਸਾਰਾ ਦਿਨ, ਇਸ ਤੋਂ ਬਾਹਰ ਦੀ ਵਿਚਾਰ ਨਹੀਂ ਹੈ। ਸੋ ਇਨਸਾਨ, ਰੇਅਰ ਚਾਂਸ ਹੈ ਵੀ ਕੋਈ ਇਨਸਾਨ ਬਹਿ ਕੇ ਰੱਬ ਦੇ ਗੁਣਾਂ ਦੀ ਵਿਚਾਰ ਕਰੇ ਵੀ ਪਰਮਾਤਮਾ ਦੇ ਗੁਣ ਕਿਹੜੇ ਨੇ। ਮੇਰੇ ਜੀਵਨ ਦੇ ਵਿੱਚ ਪਰਮਾਤਮਾ ਦਾ ਕੀ ਸਹਿਯੋਗ ਹੈ? ਵੇਖੋ, ਜੇ ਸਾਡੇ ਜੀਵਨ 'ਚ ਜਿਹਦਾ ਸਹਿਯੋਗ ਹੁੰਦਾ ਹੈ ਨਾ, ਜਿਹੜਾ ਸਾਡੀ ਮਦਦ ਲਈ ਤਤਪਰ ਹੁੰਦਾ ਹੈ, ਮਨੁੱਖ ਉਹਨੂੰ ਚੇਤੇ ਵਿੱਚ ਰੱਖਦਾ ਹੈ। ਜਦੋਂ ਤਿਉਹਾਰ ਆਉਂਦੇ ਨੇ ਉਹਨਾਂ ਨੂੰ ਗਿਫਟ ਵੀ ਦੇ ਕੇ ਆਉਂਦਾ, ਉਹਨਾਂ ਦੇ ਨਾਲ ਨਜ਼ਦੀਕੀ ਬਣਾ ਕੇ ਰੱਖਦਾ ਵੀ ਇਹ ਮੇਰੀ ਟੇਕ ਕੇਅਰ ਜ਼ਿਆਦਾ ਕਰਦੇ ਨੇ। ਪਰ ਇਨਸਾਨ ਨਾ, ਜਦੋਂ ਮੈਂ ਤਾਂ ਕਈ ਵਾਰ ਕਹਿੰਦਾ ਵੀ 2-3 ਸਾਲਾਂ ਦਾ ਜਦੋਂ ਹੁੰਦਾ ਹੈ, ਉਦੋਂ ਤੋਂ ਲੈ ਕੇ ਇਹਦੇ ਅੰਦਰ ਨਾ ਇੱਕੋ ਚੀਜ਼ ਘਰ ਕਰ ਜਾਂਦੀ ਹੈ। ਇਹ ਵਹਿੰਦਾ ਹੈ ਵੀ ਮੈਂ 2 ਸਾਲਾਂ ਦਾ ਤੇ ਮੈਨੂੰ ਦੁੱਧ ਕੌਣ ਪਿਆਉਂਦਾ ਹੈ? ਮਾਂ। ਵੱਡਾ ਹੋਇਆ, ਡਿਮਾਂਡ ਆਈ ਵੀ ਮੈਨੂੰ ਬਾਹਰ ਦੀਆਂ ਚੀਜ਼ਾਂ ਖਾਣ ਨੂੰ ਚਾਹੀਦੀਆਂ ਨੇ, ਉਹ ਕਿਹਨੇ ਲਿਆ ਕੇ ਦਿੱਤੀਆਂ? ਪਿਤਾ ਨੇ। ਮਾਂ ਤੇ ਪਿਓ, ਫਿਰ ਦੋਸਤ ਆ ਗਏ। ਹੁਣ ਇਹਨੂੰ ਇੱਕੋ ਚੀਜ਼ ਲੱਗਣੀ ਸ਼ੁਰੂ ਹੋ ਗਈ ਵੀ ਦੁਨੀਆ ਵਿੱਚ ਜੋ ਵੀ ਮਿਲਦਾ ਹੈ ਉਹ ਇਨਸਾਨ ਹੀ ਇਨਸਾਨਾਂ ਨੂੰ ਦਿੰਦੇ ਨੇ। ਇਸ ਕਰਕੇ ਇਹਦਾ ਮਾਂ ਨਾਲ ਵੀ ਸਨੇਹ ਹੈ, ਪਿਤਾ ਨਾਲ ਵੀ ਹੈ। ਹੁਣ ਇਹ ਵੱਡਾ ਹੋ ਰਿਹਾ ਹੈ, ਇਹਦੇ ਪਿਤਾ ਨੂੰ ਜਾ ਕੇ ਪੁੱਛੋ ਵੀ ਤੇਰੇ ਬੱਚੇ ਨੂੰ ਪਾਲਿਆ ਕਿਹਨੇ ਹੈ? ਇਹ ਕਹੇਗਾ ਮੈਂ ਪਾਲਿਆ। ਰੋਟੀ ਪਾਣੀ ਕਿਹਨੇ ਖਵਾਇਆ? ਮੈਂ ਖਵਾਇਆ। ਕਮਾਈ ਕਿਹਨੇ ਕੀਤੀ ਹੈ? ਮੈਂ ਕੀਤੀ ਹੈ। ਸਾਰਾ ਕੁਝ ਤੇ ਤੂੰ ਕੀਤਾ, ਫਿਰ ਰੱਬ ਨੇ ਕੀ ਕੀਤਾ? ਤੇ ਸ਼ਬਦ ਆਪਾਂ ਪੜ੍ਹਦੇ ਹਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ। ਬਾਣੀ ਤੇ ਕਹਿੰਦੀ ਪ੍ਰਤਪਾਲਣਾ ਰੱਬ ਕਰਦਾ ਹੈ। ਮੈਂ ਕਿਹਾ ਰੱਬ ਕਿੱਧਰੋਂ ਆ ਗਿਆ? ਨੌਕਰੀ ਮੈਂ ਕਰ ਰਿਹਾ, ਪੈਸੇ ਮੈਂ ਕਮਾ ਰਿਹਾ, ਰੱਬ ਕਿੱਧਰੋਂ ਆ ਗਿਆ? ਰੱਬ ਤੇ ਮੇਰੇ ਦੁੱਖ ਵੰਡਾਉਣ ਹੀ ਨਹੀਂ ਆਇਆ। ਮੈਨੂੰ ਯਾਦ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼੍ਰੀਲੰਕਾ ਗਏ। ਰਾਜੇ ਨੇ ਪਹਿਲਾਂ, ਸ਼ਿਵਨਾਬ ਹੈ, ਰਾਜੇ ਨੇ ਪਹਿਲਾਂ ਕੀ ਕੀਤਾ? ਬਾਹਰਲੀ ਸਾਈਡ ਨਾਲ ਨ੍ਰਿਤਕੀਆਂ ਭੇਜੀਆਂ ਵੀ ਸ਼ਾਇਦ ਬਾਬਾ ਪ੍ਰਭਾਵਿਤ ਹੋ ਜਾਏਗਾ। ਉਹਨਾਂ ਆ ਕੇ ਨਾਚ ਕੀਤਾ, ਆਪਣਾ ਰੂਪ ਰੰਗ ਵਿਖਾਇਆ।
ਬਾਬਾ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਕਹਿੰਦੇ, ਬੇਟਾ ਮੈਂ ਰੱਬ ਤੋਂ ਪ੍ਰਭਾਵਿਤ ਹਾਂ, ਤੁਹਾਡੇ ਨਾਚ ਤੋਂ ਮੈਂ ਪ੍ਰਭਾਵਿਤ ਨਹੀਂ। ਜਿਹੜੇ ਰੱਬ ਤੋਂ ਪ੍ਰਭਾਵਿਤ ਹੋ ਗਏ ਉਹ ਹੋਰ ਕਿਸੇ ਚੀਜ਼ ਦਾ ਪ੍ਰਭਾਵ ਕਬੂਲਦੇ ਹੀ ਨਹੀਂ। ਜਿਹੜਾ ਵਿਅਕਤੀ ਪ੍ਰਮਾਤਮਾ ਤੋਂ ਪ੍ਰਭਾਵਿਤ ਨਹੀਂ ਨਾ ਹੈ, ਉਹ ਦਿਨ ਵਿੱਚ ਹਜ਼ਾਰਾਂ ਪ੍ਰਭਾਵ ਕਬੂਲੇਗਾ। ਕਦੇ ਕਿਸੇ ਦੀ ਗੱਡੀ ਦਾ ਕਬੂਲ ਲਏਗਾ, ਕਿਸੇ ਦੇ ਸਨਮਾਨ ਦਾ ਕਬੂਲ ਲਏਗਾ, ਕਿਸੇ ਦੇ ਧਨ ਦਾ ਕਬੂਲ ਲਏਗਾ, ਕਿਸੇ ਦੇ ਰੂਪ ਰੰਗ ਦਾ ਪ੍ਰਭਾਵ ਕਬੂਲ ਲਏਗਾ। ਉਹ ਦਿਨ ਦੇ ਵਿੱਚ ਹਜ਼ਾਰਾਂ ਪ੍ਰਭਾਵ ਕਬੂਲੇਗਾ। ਪਰ ਜੋ ਰੱਬ ਤੋਂ ਪ੍ਰਭਾਵਿਤ ਹੋ ਗਿਆ ਉਹ ਕਹਿੰਦਾ ਸਭ ਗੁਣ ਤੇਰੇ। ਹੁਣ ਮੈਂ ਪ੍ਰਭਾਵ ਕਿਹਦਾ ਕਬੂਲਾਂ? ਸਾਰਾ ਕੁਝ ਤੇ ਤੂੰ ਬਣਾਇਆ। ਤੇ ਮਹਾਰਾਜ ਉਹ ਆ ਗਿਆ, ਉਹ ਬੜਾ ਮਹਾਰਾਜ ਤੋਂ ਉਹਨਾਂ ਜਦੋਂ ਬੀਬੀਆਂ ਜਾ ਕੇ ਦੱਸਿਆ ਵੀ ਇਹ ਤੇ ਕੋਈ ਪੂਜਾ ਹੋਇਆ ਮਹਾਂਪੁਰਸ਼ ਹੈ। ਰਾਜਾ ਆ ਗਿਆ, ਚਰਣੀ ਪੈ ਗਿਆ। ਇਹਨਾਂ ਜੀ ਮੇਰੇ ਘਰ ਚਲੋ। ਮਹਾਰਾਜ ਕਹਿੰਦੇ ਵੀ ਘਰ ਤੇ ਤੇਰੇ ਚੱਲ ਪਵਾਂਗੇ, ਫਿਰ ਸਾਨੂੰ ਭੇਟਾ ਤੂੰ ਕੀ ਦੇਂਗਾ? ਉਹਨੇ ਸੋਚਿਆ ਵੀ ਬਾਬਾ ਤੇ ਭੇਟਾ ਤੇ ਆ ਗਿਆ। ਕਹਿੰਦਾ ਜੀ ਮੇਰਾ ਸਾਰਾ ਰਾਜ ਤੁਹਾਡੇ ਲਈ ਅਰਪਣ ਹੈ। ਮਹਾਰਾਜ ਕਹਿੰਦੇ ਵੀ ਰਾਜ ਤੇਰਾ ਹੈ? ਹਾਂਜੀ ਮੇਰਾ ਹੀ ਹੈ। ਪਹਿਲਾਂ ਕਿਹਦਾ ਸੀ? ਕਹਿੰਦੇ ਮੇਰੇ ਪਿਓ ਦਾ, ਉਹ ਤੋਂ ਪਹਿਲਾਂ ਮੇਰੇ ਦਾਦੇ ਦਾ, ਪਹਿਲਾਂ ਮੇਰੇ ਪੜਦਾਦੇ ਦਾ। ਹੱਦ ਹੋ ਗਈ, ਪਹਿਲਾਂ ਤੇ ਉਹਨਾਂ ਦਾ ਸੀ, ਜੇ ਉਹਨਾਂ ਦਾ ਨਹੀਂ ਰਿਹਾ ਤੇ ਤੇਰਾ ਕਿੱਥੋਂ ਰਹਿਣਾ? ਤੂੰ ਤੇ ਸਾਂਭ ਸੰਭਾਲ ਵਾਲਾ ਹੈ ਸਾਰਾ ਕੁਝ, ਤੇਰਾ ਤੇ ਕੋਈ ਨਹੀਂ। ਰਾਜਾ ਸਾਨੂੰ ਉਹ ਸ਼ੈ ਅਰਪਣ ਕਰ ਜਿਹੜੀ ਤੇਰੀ ਹੋਵੇ। ਕਹਿੰਦਾ ਜੀ ਫਿਰ ਮੇਰਾ ਮਨ ਤੁਹਾਡੇ ਲਈ ਅਰਪਿਤ ਹੈ। ਮਹਾਰਾਜ ਨੇ ਮਨ ਤੇਰਾ ਹੈ, ਮਨ ਤੇਰੀ ਗੱਲ ਮੰਨਦਾ ਹੈ। ਤੁਸੀਂ ਆਪਣੇ ਮਨ ਨੂੰ ਪੁੱਛ ਕੇ ਵੇਖੋ ਵੀ ਤੂੰ ਮੇਰਾ ਹੈ। ਮਨ ਨੂੰ ਸਵੇਰੇ ਕਹੋ ਵੀ ਮਨਾ ਅੱਜ ਆਪਾਂ 4 ਵਜੇ ਉੱਠਣਾ ਹੀ, ਤੇ ਬਾਣੀ ਫੜ ਕੇ ਤੇ ਬਾਣੀ ਦੀ ਵਿਚਾਰ ਕਰਨੀ, ਗੁਟਕਾ ਸਾਹਿਬ ਫੜ ਕੇ। ਮਨ ਤੁਹਾਨੂੰ ਨਾ 70 ਸੁਜੈਸ਼ਨ ਦੇਗਾ, ਕੀ ਕਰੇਗਾ? ਨੀਂਦਰ ਵੇ ਕਿੱਡੀ ਪਿਆਰੀ ਹੈ, ਆਨੰਦ ਲੈ, ਕਿਹੜੇ ਚੱਕਰਾਂ 'ਚ ਪੈਣ ਲੱਗੇ ਆ। ਇਹ 70 ਸੁਜੈਸ਼ਨ ਇੰਨੇ ਕੁ ਸੁਜੈਸ਼ਨ ਦੇ ਦੇਗਾ, ਇਹ ਤੁਹਾਨੂੰ ਆਪਣੇ ਨਾਲ ਦਾ ਕਰ ਲਏਗਾ ਆਪਣੇ ਆਪ ਹੀ। ਇਹ ਇੰਨੇ ਕੁ ਸੁਜੈਸ਼ਨ ਦਿੰਦਾ ਹੈ, ਇਹ ਅੰਤ ਨੂੰ ਇਹ ਮਨਾ ਲਏਗਾ ਵੀ ਨਹੀਂ ਜਿਹੜਾ ਵਿਚਾਰ ਤੂੰ ਦੱਸ ਰਿਹਾ ਨਾ ਬਾਹਰੋਂ ਸਿੱਖ ਕੇ ਆਇਆ ਇਹ ਗਲਤ ਹੈ, ਤੇ ਜਿਹੜਾ ਮੈਂ ਕਹਿ ਰਿਹਾ ਇਹ ਠੀਕ ਹੈ। ਮਾਰ ਕੇ ਮਨ ਤੇ ਤੇਰੇ ਵੱਸ ਦਾ ਕੋਈ ਨਹੀਂ ਭਾਊ, ਹੋਰ ਦੇ ਕੀ ਦੇਣਾ ਹੈ। ਉਹ ਕਹਿੰਦਾ ਵੀ ਤੀਜੀ ਗੱਲ, ਫਿਰ ਮਹਾਰਾਜ ਮੇਰਾ ਤਨ ਤੁਹਾਡੇ ਲਈ ਅਰਪਿਤ ਹੈ। ਮਾਰ ਕੇ ਤਨ ਤੇਰਾ, ਤੂੰ ਬਣਾਇਆ, ਇਹ ਤੇ ਬਣਿਆ ਬਣਾਇਆ ਮਿਲਿਆ ਸਾਰਿਆਂ ਨੂੰ। ਹੁਣ ਆਪਾਂ ਜਿੰਨੇ ਇੱਥੇ ਜੀ ਬੈਠੇ ਹਾਂ, ਸਾਡੇ ਵਿੱਚੋਂ ਤਨ ਕਿਸੇ ਨੇ ਬਣਾਇਆ? ਦੇਖੋ ਸਾਧ ਸੰਗਤ, ਸਾਨੂੰ ਤੇ ਰੱਬ ਨੇ ਪੁੱਛਿਆ ਹੀ ਕੱਖ ਨਹੀਂ ਵੀ ਤੂੰ ਕਿਹੜਾ ਜੈਂਡਰ ਲੈਣਾ ਹੈ, ਤੂੰ ਪੁਰਸ਼ ਬਣਨਾ ਹੈ ਕਿ ਇਸਤਰੀ ਬਣਨਾ ਹੈ, ਤੇਰੇ ਮਾਂ-ਬਾਪ ਕਿਹੜੇ ਹੋਣਗੇ, ਇਕਨੋਮਿਕਲ ਵੈਲਥ ਤੈਨੂੰ ਕਿੰਨੀ ਚਾਹੀਦੀ ਹੈ, ਕਿਹੜੇ ਦੇਸ਼ ਵਿੱਚ ਤੇਰਾ ਜਨਮ, ਸਾਨੂੰ ਤੇ ਪੁੱਛਿਆ ਹੀ ਕੱਖ ਨਹੀਂ। ਤੇ ਸਾਨੂੰ ਪੁੱਛ ਕੇ ਉਹਨੇ ਲੈਣਾ? ਜੇ ਬਹੁਤਾ ਦਿਮਾਗਦਾਰ ਹੋਏ ਉਹਨੂੰ ਤੇ ਕੋਈ ਪੁੱਛੇ, ਤੇ ਉਹਦੇ ਜਿੰਨਾ ਤੇ ਦਿਮਾਗਦਾਰ ਹੀ ਕੋਈ ਨਹੀਂ। ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣਾ ਸੋਏ। ਔਰ ਉਹਦੇ ਜਿੰਨਾ ਉੱਚਾ ਤੇ ਹੈ ਨਹੀਂ ਨਾ ਕੋਈ, ਉਹਨੂੰ ਪੁੱਛਣ ਦੀ ਲੋੜ ਹੀ ਨਹੀਂ, ਸਾਰੇ ਹੀ ਘੱਟ ਬੁੱਧੀ ਨੇ, ਉਹੀ ਸ੍ਰੇਸ਼ਟ ਬੁੱਧੀ ਹੈ। ਮਹਾਰਾਜ ਕਹਿੰਦੇ ਤਨ ਵੀ ਤੇਰਾ ਨਹੀਂ। ਉਹਨੇ ਹੱਥ ਜੋੜ ਲਏ, ਕਹਿੰਦੇ ਮਹਾਰਾਜ ਫਿਰ ਮੈਨੂੰ ਇਹ ਦੱਸ ਦਿਓ ਮੇਰਾ ਕੀ ਹੈ। ਮਹਾਰਾਜ ਕਹਿੰਦੇ ਬਾਕੀ ਤੇ ਸਭ ਕੁਝ ਰੱਬ ਦਾ ਹੈ, ਜਿਹੜਾ ਤੂੰ ਮੇਰਾ ਮੇਰਾ ਲਾਇਆ ਨਾ, ਮੇਰਾ ਮਨ, ਮੇਰਾ ਤਨ, ਮੇਰਾ ਰਾਜ, ਇਹ ਹੀ ਤੇਰਾ ਹੈ। ਬਸ ਇਹ ਸਾਨੂੰ ਦੇ ਛੱਡ, ਬਾਕੀ ਸਭ ਰੱਬ ਦਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤੇ ਨਹੀਂ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਣੀ। ਸੋ ਸਾਧ ਸੰਗਤ ਜਿਹੜਾ ਇਹ ਜੀਵ ਹੈ, ਬਾਣੀ ਕਹਿੰਦੀ ਮੇਰੀ ਮੇਰੀ ਧਾਰ ਬੰਧਨ ਬੰਧਿਆ, ਇਹ ਬੰਧਨਾਂ ਦੇ ਵਿੱਚ ਵੱਜ ਗਿਆ ਮੇਰੀ ਮੇਰੀ ਕਰਕੇ, ਬਾਕੀ ਹੈ ਸਭ ਕੁਝ ਰੱਬ ਦਾ ਹੀ। ਸੋ ਪਹਿਲੇ ਤਲ ਤੇ ਇਹ ਜਿਹੜਾ ਇਨਸਾਨ ਹੈ, ਇਹ ਜਿੰਨੇ ਕੁ ਬਾਹਰੀ ਰਸ ਹਨ, ਇਹਨਾਂ ਰਸਾਂ ਦੇ ਵਿੱਚ ਲਿਪਤ ਹੋ ਗਿਆ, ਇਹਨਾਂ ਰਸਾਂ ਦੇ ਵਿੱਚ ਲੀਨ ਹੋ ਗਿਆ। ਹੁਣ ਬਾਣੀ ਕਹਿੰਦੀ ਇਹਨੂੰ ਪਤਾ ਹੀ ਨਹੀਂ ਵੀ ਮੈਂ ਭਵਜਲ ਵਿੱਚ ਡੁੱਬ ਰਿਹਾ, ਇਹਨੂੰ ਇਹ ਪਤਾ ਹੀ ਨਹੀਂ ਮੇਰੇ ਅੰਦਰ ਔਗਣ ਕਿੰਨੇ ਨੇ, ਫਿਰ ਇਹਨੂੰ ਗੁਰੂ ਦੀ ਲੋੜ ਹੀ ਨਹੀਂ। ਇਸ ਕਰਕੇ ਤੁਸੀਂ ਵੇਖੋਗੇ ਅੱਜ ਦੇ ਸਮੇਂ 'ਚ ਕਿਸੇ ਗੁਰਦੁਆਰੇ ਚਲੇ ਜਾਓ, ਸਤਸੰਗ ਵਿੱਚ ਕਿੰਨੇ ਕੁ ਲੋਕ ਹੁੰਦੇ ਨੇ? ਕਿਤੇ 20 ਨੇ, ਕਿਤੇ 25 ਨੇ, ਕਿਤੇ 10 ਵੀ ਹੈ ਨਹੀਂ।
ਉਹਦਾ ਕਾਰਨ ਕੀ ਹੈ? ਕਿਉਂਕਿ ਉਹਨੂੰ ਜ਼ਰੂਰਤ ਹੀ ਮਹਿਸੂਸ ਨਹੀਂ ਹੋ ਰਹੀ ਉਸ ਖੁਰਾਕ ਦੀ। ਤੇ ਤੁਸੀਂ ਹੋਟਲਾਂ 'ਚ ਚਲੇ ਜਾਓ, ਕਿੰਨੇ ਖਾਣੇ ਦੀ ਜ਼ਰੂਰਤ ਸਭ ਨੂੰ ਮਹਿਸੂਸ ਹੁੰਦੀ ਹੈ, ਖਾਣ ਦੀ ਜ਼ਰੂਰਤ ਸਭ ਨੂੰ ਹੈ, ਘੁੰਮਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ, ਧਨ ਬੈਂਕਾਂ 'ਚ ਵਿੱਚ ਲਾਈਨਾਂ ਲੱਗੀਆਂ ਪਈਆਂ ਨੇ, ਧਨ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਤੇ ਤੁਸੀਂ ਇਹ ਵੇਖੋਗੇ ਸਤਸੰਗ ਵਿੱਚ ਬਹਿਣ ਵਾਲਿਆਂ ਦੀ ਗਿਣਤੀ ਥੋੜ੍ਹੀ, ਕਿਉਂ? ਗਿਆਨ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਹੁੰਦੀ। ਇਹ ਤਾਂ ਉਹਨੂੰ ਮਹਿਸੂਸ ਹੋਏਗੀ ਨਾ ਜਿਹਨੂੰ ਇਹ ਲੱਗੇਗਾ ਮੈਂ ਡੁੱਬ ਰਿਹਾ। ਮਹਾਰਾਜ ਇਹ ਕਹਿੰਦੇ ਨੇ, ਹਸਤੀ ਗਰਤ ਪਿਆ ਕਿਉਂ ਤਰੀਐ ਤਾਰੀ। ਹਾਥੀ ਡਿੱਗ ਗਿਆ ਹੈ, ਗਰਕ ਗਿਆ ਖੱਡੇ ਦੇ ਵਿੱਚ, ਹੁਣ ਉਹ ਤਰੇਗਾ ਕਿਵੇਂ? ਤਰਨ ਦੁਹੇਲਾ ਭਇਆ ਖਿਨ ਮੈਂ ਖਸਮ ਚੇਤਨਾ ਆਇਓ। ਤਰਨ ਦਾ ਮਤਲਬ ਤਰਨਾ, ਦੁਹੇਲਾ ਹੋ ਗਿਆ, ਤੁਰਿਆ ਨਹੀਂ ਜਾ ਰਿਹਾ। ਕਿਹੜੀ ਗੱਲੋਂ? ਖਸਮ ਚੇਤਨੀ ਹੈ, ਜਿਹਨੇ ਇਹਨੂੰ ਬਣਾਇਆ ਉਹ ਚੇਤਨੀ ਹੈ। ਹੁਣ ਇਹ ਸਮਝ ਬੈਠਾ ਹੈ ਵੀ ਮੈਂ ਕਰਨਹਾਰ ਹਾਂ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ। ਇਹ ਆਪਣੇ ਆਪ ਨੂੰ ਕਰਨਹਾਰ ਮੰਨ ਬੈਠਾ। ਹੱਦ ਹੋ ਗਈ। ਇਹ ਤੇ ਧਾਰਮਿਕ ਕਰਮ ਵੀ ਕਰੇ, ਉਹਦੇ ਵਿੱਚ ਵੀ ਕਹਿੰਦਾ ਮੈਂ ਕੀਤੇ ਨੇ। ਗੁਰਦੁਆਰੇ ਪਾਠ ਕਰਾਏਗਾ, ਕਹਿੰਦਾ ਮੈਂ ਕੀਤਾ। ਨਿਤਨੇਮ ਕਹੇ ਮੈਂ ਤੇ ਰੋਜ਼ ਨਿਤਨੇਮ ਕਰਦਾ। ਇਹ ਤੇ ਧਾਰਮਿਕ ਕਰਮਾਂ ਦੇ ਵਿੱਚ ਵੀ ਮੈਂ ਜੋੜੀ ਬੈਠਾ। ਜਿਨ੍ਹਾਂ ਕਰਮਾਂ ਦੇ ਨਾਲ ਮੈਂ ਖਤਮ ਹੋਣੀ ਸੀ, ਉਹਨਾਂ ਕਰਮਾਂ ਦੇ ਨਾਲ ਮੈਂ ਜੋੜ ਲਈ। ਬਾਣੀ ਨਹੀਂ ਕਹਿੰਦੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਹੁਣ ਇਹ ਪਾਠ ਪੜ੍ਹਨਾ, ਭਾਵੇਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੈ, ਭਾਵੇਂ ਉਹ ਵੇਦਾਂ ਦੀ ਬਾਣੀ ਹੈ, ਸਿਮਰਤੀਆਂ ਦੀ ਹੈ, ਪੁਰਾਣ ਕੁਰਾਨ, ਕੋਈ ਵੀ ਐਸਾ ਗ੍ਰੰਥ ਹੈ, ਕਿਸੇ ਵੀ ਗ੍ਰੰਥ ਨੂੰ ਪੜ੍ਹਦਾ ਹੈ। ਬਾਣੀ ਨੇ ਤਾਂ ਇੱਕ ਬੜੀ ਖੁੱਲ੍ਹਦਲੀ ਦਿੱਤੀ ਹੈ। ਉਹ ਕਹਿੰਦਾ 6 ਘਰ 6 ਗੁਰ 6 ਉਪਦੇਸ਼, ਗੁਰ ਏਕੋ ਵੇਸ ਅਨੇਕ। ਤੁਸੀਂ ਕਿਸੇ ਵੀ ਗ੍ਰੰਥ ਦਾ ਅਧਿਐਨ ਕਰ ਸਕਦੇ ਹੋ, ਕਿਉਂਕਿ ਗ੍ਰੰਥ ਕਿਸੇ ਨੇ ਨਹੀਂ ਬਣਾਇਆ, ਗ੍ਰੰਥ ਪ੍ਰਮਾਤਮਾ ਨੇ ਬਣਾਇਆ ਹੈ। ਇਹ ਸਭ ਬਾਣੀ ਪ੍ਰਮਾਤਮਾ ਦੀ ਹੈ। ਉਹ ਤੇ ਜਿੰਨੀ ਜਿਹਨੂੰ ਬੁੱਧੀ ਦਿੱਤੀ, ਉਨੀ ਉਹਨੇ ਆਪਣੀ ਗੱਲ ਲਿਖ ਦਿੱਤੀ ਹੈ। ਇਹਦਾ ਜ਼ਿਕਰ ਮਹਾਰਾਜ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਵੀ ਕੀਤਾ ਹੈ। ਮਾਰ ਕੇ ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਹੁਣ ਇਹਦੇ ਵਿੱਚ ਨਾ ਸਕੋਪ ਆਫ ਰਿਸਰਚ ਹੈ ਵੀ ਹਰੇਕ ਵਿਅਕਤੀ ਗਾਉਣ ਦੀ ਗਾਉਂਦਾ ਹੈ। ਹੁਣ ਮਹਾਰਾਜ ਨੇ ਇਹ ਨਹੀਂ ਨਾ ਕਿਹਾ ਵੀ ਕਿਸੇ ਦਾ ਗਾਉਣਾ ਅਧੂਰਾ ਹੈ। ਉਹ ਕਹਿੰਦੇ ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਲੋਕਾਂ ਨੇ ਅਕਾਲ ਪੁਰਖ ਜੀ ਬਾਰੇ ਅੰਦਾਜ਼ੇ ਲਾ ਚੁੱਕੇ ਨੇ, ਕਿਹੜੀ ਧਰਤੀ ਕਿਵੇਂ ਚੱਲਦੀ ਹੈ, ਤੇ ਕਰੋੜਾਂ ਲਾਉਣਗੇ ਵੀ। ਇਹਦਾ ਮਤਲਬ ਇਹ ਨਹੀਂ ਵੀ ਸਾਰੇ ਗਲਤ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਰਿਸਰਚ ਦਾ ਸਕੋਪ ਰੱਖਿਆ। ਹੋਰ ਕੇਤੇ ਤੁਧ ਨੂੰ ਗਾਵਨ। ਮਹਾਰਾਜ ਨੇ ਕਿਹਾ ਇਹ ਮੁਕੰਮਲ ਨਹੀਂ ਮੈਂ ਗੱਲ ਕਹਿ ਰਿਹਾ। ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰ। ਹੇ ਅਕਾਲ ਪੁਰਖ ਤੇਰਾ ਭੇਦ ਨਹੀਂਗਾ। ਮਹਾਰਾਜ ਕਹਿੰਦੇ ਇਹ ਧਾਰਮਿਕ ਕਰਮਾਂ ਦੇ ਨਾਲ ਵੀ ਮੈਂ ਜੋੜ ਲੈਂਦਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਅਧਿਕ ਹੱਦ ਹੋ ਗਈ। ਅਹੰਗ ਬੁੱਧ ਤੇ ਖਤਮ ਹੋਣੀ ਚਾਹੀਦੀ ਹੈ ਬਾਣੀ ਪੜ੍ਹ ਕੇ, ਬਾਣੀ ਨੂੰ ਵਿਚਾਰ ਕੇ, ਕਥਾ ਸੁਣ ਕੇ, ਕਥਾ ਕਰਕੇ ਅਹੰਗ ਬੁੱਧ ਤੇ ਖਤਮ ਹੋਣੀ ਚਾਹੀਦੀ ਹੈ। ਇਹ ਸਗੋਂ ਕਰਕੇ ਹੋਰ ਵੱਧ ਗਈ। ਮੈਂ ਗੱਲਾਂ ਜ਼ਿਆਦੀਆਂ ਸੁਣਾ ਲੈਣਾ, ਮੈਂ ਗ੍ਰੰਥ ਜ਼ਿਆਦਾ ਪੜ੍ਹੇ ਨੇ, ਮੈਂ ਪ੍ਰਮਾਣ ਜ਼ਿਆਦਾ ਦੇ ਸਕਦਾ। ਇਹ ਤੇ ਅਹੰਗ ਬੁੱਧ ਜ਼ਿਆਦਾ ਵੱਧ ਗਿਆ। ਮਹਾਰਾਜ ਕਹਿੰਦੇ ਇਹ ਤੇ ਘਟਣਾ ਚਾਹੀਦਾ ਸੀ। ਘਟਣਾ ਇਸ ਕਦਰ ਤੇ ਆ ਜਾਣਾ ਚਾਹੀਦਾ ਸੀ ਪਾਠ ਕਰ ਕਰਕੇ ਵੀ ਇਹ ਮੈਂ ਨਹੀਂ ਕਰ ਰਿਹਾ, ਇਹ ਸਭ ਕੁਝ ਤੂੰ ਕਰਾ ਰਿਹਾ ਹੈ। ਇੱਥੇ ਗੱਲ ਪਹੁੰਚਣੀ ਚਾਹੀਦੀ ਸੀ। ਜੇ ਗੱਲ ਇੱਥੋਂ ਤੇ ਹੀ ਪਹੁੰਚੀ ਹੋਈ ਨਹੀਂ, ਇਹਦਾ ਮਤਲਬ ਇਹ ਹੋਇਆ ਇਹਦਾ ਪਾਠ ਹਜੇ ਮੁਕੰਮਲ ਨਹੀਂ ਹੋਇਆ। ਅੱਜ ਦਾ ਪਾਠ ਮੁਕੰਮਲ ਹੋਇਆ, ਜ਼ਿੰਦਗੀ ਦਾ ਪਾਠ ਮੁਕੰਮਲ ਨਹੀਂ ਹੋਇਆ। ਇਹਦੀ ਸੁਰਤ ਤੇ ਸਮਝ ਦਾ ਪਾਠ ਮੁਕੰਮਲ ਨਹੀਂ ਹੋਇਆ। ਅਧਿਕ ਅਹੰਗ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਆਪਣਾ ਗੱਲ ਕਹੀ ਹੈ, ਮੈਂ ਕੀਏ ਕਰਮ ਅਨੇਕਾਂ। ਅਨੇਕਾਂ ਪ੍ਰਕਾਰ ਦੇ ਕਰਮ ਕਰਕੇ ਵੇਖੇ ਨੇ, ਅਹੰਗ ਬੁੱਧ ਤੇ ਨੀ ਨਾ ਮਿਟਦੀ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮੈਂ ਤੇ ਸ਼੍ਰੀ ਅਕਾਲ ਪੁਰਖ ਜੀ ਨੂੰ ਕਿਹਾ, ਇਹ ਪ੍ਰਭੂ
अगर तू मेरे तो पाठ भी करा रहा फिर घट्टो घट्ट ये मैनू मत बख्श भी मैं नहीं कर रहा, ये तू मैनू उठा लेना। महाराज ने कहा मैं निर्गुण आ रहे को गुण ना ही, मेरे तो अंदर गुण ही कोई नहीं। हुण वेखो एक गल हो रहा है, आपां दे मन तां करिए ना ते बुद्धि आपां बनाई है, भावें किसी कोल घट है भावें वध है, बनाई तो किसी ने ना, किसी इंसान ने बुद्धि नहीं बनाई, परमात्मा ने कईयां नूं नहीं भी दिती, जमदे ही नहीं दिती। कईयां कोल बुद्धि है ही नहीं ते किसी कोल बाहली है फिर ओदी नहीं है, तां करके बन गया ना को मूर्ख ना को सियाणा। इत्थे नहीं आपां किसी नूं मूर्ख कह सकते ना सियाणा कह सकते, सब परमात्मा दा भाणा है सब। महाराज ने कहा नानक नीच कहे विचार वारिया ना जावा, एक बार जो तुद भावै सही भली। महाराज ने जपजी साहिब विच ही गया, जिस हथ जोर कर वेखै सोए नानक उत्तम नीच ना होए। तुसी दुनिया दे विच डिवाइडेशन नहीं कर सकते, फलानी जाति उत्तम है तो फलाना पंथ नीवा है ना, ये नहीं कह सकते। फलाना इंसान फलाने देश के इंसान बड़े पवित्र ने तो वह पुन्नी ने तो पापी नहीं ना, असी किवें कह सकते हैं? अगर असी किसी को पापी तो पुन्नी का खिताब दे रहे हैं फिर असी खुद रब हाँ, असी नहीं ये कह सकते। जो बनाया अकाल पुरख ने है, अगर आप किसी चीज़ को कंडैम कर रहे हैं, निंदा कर रहे हैं, ये डायरैक्टली निंदा परमात्मा की है, क्योंकि परमात्मा ही उन्होंने वह जी मत ना दिंदा तो ना वह जा बनता। महाराज ने जपजी साहिब दे विच इस गल नूं पूरी तरह क्लैरिटी दिती है। वो कहते ने महाराज असंख जप असंख पाओ ते असंख मूर्ख अंध कोरियां। फिर आप सुखमनी साहिब की बाणी पढ़ने उस्तत करह अनेक जान अंत ना पारावार, नानक रचना प्रभ रची। किहड़े तरीके नाल बहु विध अनेक प्रकार कई प्रकारां दी रची है। हुण उहदे विच वैरीअस मनोविग्यानिकता है, जिहड़ी परमात्मा ने रचना रची है ना, उहदे विच वैरीअस साइकोलॉजिस्ट हन, साइकोलॉजी है। उहदे विच कई तरीकां दा मनोविग्यान है, कोई चंगे सोचण वाले भी ने माड़े सोचण वाले भी ने। उहदे विच महाराज ने क्या कई कोट होए पुजारी, कई कोट आचार व्यवहारी, कई कोट वेद के स्रोते ये भी हैं करोड़ों लोग, पर कई कोट भय अंध अज्ञानी, कई कोट किरपन कठोर, कई कोट अपेग आत्म निकोर, कई कोट पर दर्भ को ही रह, कई कोट पर दुख ना करें, कई कोट माया शर्माए, कई कोट परदेश फरमाए। बाणी कहते जित जित लावो तित तित लगना, नानक करते की जाना करता रचना। अकाल पुरख का की पता है? महाराज कहते ने खल मूर्ख ते पंडित करोगे तो मूर्खा नूं पंडित कर सकता है, तो पंडित मूर्ख हो सकते हैं। ਇਹਦਾ ਜ਼ਿਕਰ है, चलो ये परमात्मा के हथ में है। साढ़े कोल श्री इतिहास है गुरुद्वारा पंजोखरा साहब का, जिथे भी सतगुरु जिन्नी ताकत है वो छज्जू झीवर के सिर के उत्ते छड़ी रखते हैं, एक मूर्ख नूं ज्ञानी बना सकते हैं। यही परमात्मा का रिसर्च है। वो चाहे जेदा असीं अज उपहास उड़ा रहे हैं ये कुछ करन जोगा नहीं है, हो सकता है परमात्मा कल नूं उहदे सिर ते की कृपा कर दे, ये नहीं कोई पता। अज हो सो नाओ समुद्र में क्या जानो क्या होए, हजे की पता है किस समय किस इंसान तो की गलती हो जाए, कोई पता नहीं। तां करके महाराज ने अरदास की परमात्मा, डंडौत बंधन अनेक बार सर्व कला समर्थ, डोलन ते राखो प्रभु नानक दे कर हाथ। है प्रभु मेरे तो गलती होने की शंका भी है, मैं गलती भी कर सकता, ये भुलना नहीं चाहिए इंसान नूं। कदे गलती कदे भी हो सकती है, किसी भी टाइम हो सकती है, क्योंकि बौद्धिक तल ते कोई मुकम्मल नहीं, सिर्फ गुरु नूं छड्ड के ते परमात्मा नूं छड्ड के। एक गुरु मुकम्मल है, भुलण अंदर सब को अभुल गुरु करतार दो ने जेड़े नहीं भुलते कदे। नहीं तो हरेक इंसान दे विच गुंजाइश है, वो गलती कर सकता है। तो जे आपां भी गलती कर सकते हैं, गुंजाइश है, फिर दूजे की गलती नूं आपां नूं एडवरटाइज नहीं करना चाहिए। तां करके अपने कोल शब्द है देख के अनडिट करना, ये शब्द है। सो महाराज कहते ने दुहेला तरन दुहेला भया खिन में खसम चेतना आयो, दुखा सजाई गणत नाही किया अपना पायो। जदों परमेश्वर भुल गया
ਫਿਰ ਪਰਮੇਸ਼ਰ ਨੂੰ ਭੁੱਲਣ ਦੇ ਕਰਕੇ ਮਨੁੱਖ ਨੇ ਮੋਹ ਵਸ, ਲੋਭ ਵਸ, ਕਾਮ ਵਸ ਪਤਾ ਨਹੀਂ ਕਿਹੜੇ ਕਿਹੜੇ ਕਰਮ ਕਮਾਏ। ਹੁਣ ਉਹ ਜਿਹੜੇ ਕਰਮ ਕਮਾਏ ਨੇ ਰੱਬ ਨੂੰ ਭੁੱਲ ਕੇ, ਉਹਨਾਂ ਦਾ ਫਿਰ ਰਿਜ਼ਲਟ ਤੇ ਅੱਗੇ ਆਉਣਾ ਹੀ ਆਉਣਾ। ਬਾਣੀ ਕਹਿੰਦੀ ਨਿੱਕ ਦੁੱਖ ਆ ਗਏ ਜ਼ਿੰਦਗੀ 'ਚ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਇੱਕ ਤੇ ਸਰੀਰਿਕ ਦੁੱਖ, ਫਿਰ ਮਾਨਸਿਕ ਦੁੱਖ, ਮਾਨਸਿਕ ਪੀੜਾ ਬੜੀ ਹੈ। ਹੋ ਸਕਦਾ ਇਨਸਾਨ ਸਰੀਰ ਦੇ ਥਲ ਤੇ ਠੀਕ ਵੀ ਹੋ ਗਏ, ਪਰ ਮਾਨਸਿਕ ਪੀੜਾ ਤੇ ਬੜੀ ਹੁੰਦੀ ਹੈ ਨਾ। 24 ਘੰਟੇ ਚਿੰਤਾ, ਇਹ ਕੱਲ੍ਹ ਨੂੰ ਕੀ ਹੋਵੇਗਾ। ਹੁਣ ਜੇ ਤੇ ਪਤਾ ਹੋਵੇ ਵੀ ਰੱਬ ਨੇ ਸਭ ਕੁਝ ਕਰਨਾ ਹੈ, ਇਹ ਅੰਤਰੀਵੀ ਤਲ ਤੇ ਮਹਿਸੂਸ ਹੋ ਜਾਏ, ਫਿਰ ਤੇ ਚਿੰਤਾ ਕੋਈ ਨਹੀਂ। ਫਿਰ ਤੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਜੇ ਤੇ ਗੱਲ ਇਹ ਕਲੀਅਰ ਹੋ ਗਈ ਵੀ ਸਭ ਕੁਝ ਰੱਬ ਨੇ ਕਰਨਾ ਹੈ, ਜਿੱਥੇ ਉਹ ਖੜੇਗਾ ਚਲੇ ਜਾਵਾਂਗੇ, ਜੋ ਦਵੇਗਾ ਖਾ ਲਵਾਂਗੇ, ਕਰਨਾ ਹੀ ਉਹਨੇ ਹੈ, ਆਪਣੇ ਵਸ ਵਿੱਚ ਹੀ ਕੁਛ ਨਹੀਂ। ਆਪਾਂ ਪੜ੍ਹਦੇ ਬਾਣੀ ਵਿੱਚ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ। ਜਿਹਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਮਹਾਰਾਜ ਕਹਿੰਦੇ ਗੁੱਜਾ ਕਮਾਣਾ ਪ੍ਰਗਟ ਹੋਆ ਈਤ ਉਤੇ ਖੁਆਰੀ। ਜੋ ਉਹਨੇ ਕਰਮ ਕੀਤੇ ਸੀ ਉਹ ਪ੍ਰਗਟ ਹੋ ਗਏ ਜ਼ਿੰਦਗੀ ਵਿੱਚ, ਫਿਰ ਇੱਥੇ ਵੀ ਖੁਆਰੀ ਤੇ ਗਾਂਹ ਵੀ ਖੁਆਰੀ ਜੀਵ ਆਤਮਾ ਨੂੰ। ਨਾਨਕ ਸਤਿਗੁਰ ਬਾਜ ਮੁੱਠਾ ਮਨ ਮੁੱਖੋ ਅਹੰਕਾਰੀ। ਗੁਰੂ ਤੋਂ ਬਾਜ, ਫਿਰ ਗੁਰੂ ਤੋਂ ਬਿਨਾਂ, ਗੁਰੂ ਦੀ ਗੱਲ ਨੂੰ ਮੰਨੇ ਬਿਨਾਂ, ਫਿਰ ਉਹ ਜਿਹੜਾ ਜੀਵ ਹੈ ਅਨੇਕਾਂ ਪ੍ਰਕਾਰ ਦੇ ਕਸ਼ਟ ਪਾਉਂਦਾ। ਮੈਂ ਨਾਲ ਦੀ ਨਾਲ ਬੇਨਤੀ ਕਰਾਂ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਜੋਤੀ ਜੋਤ ਪਰਬ ਵੀ ਹੈ, ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਸ਼ਰਵਣ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਤਲਾ ਸਮਾਂ ਸਾਬੋ ਕੀ ਤਲਵੰਡੀ ਤੋਂ ਚੱਲ ਕੇ ਆਗਰੇ ਬਾਦਸ਼ਾਹ ਜੀ ਤੇ ਗੁਰੂ ਬਹਾਦਰ ਸ਼ਾਹ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੀਟਿੰਗ ਹੁੰਦੀ ਹੈ। ਇਹ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ। ਤਕਰੀਬਨ ਸਾਡੇ ਵਿਦਵਾਨ ਉਹਨਾਂ ਨੂੰ ਕੋਟ ਕਰਦੇ ਨੇ। ਪਿਆਰਾ ਸਿੰਘ ਪਦਮ ਹੋ ਗਏ, ਪ੍ਰਿੰਸੀਪਲ ਸਤਵੀਰ ਸਿੰਘ ਹੋ ਗਏ, ਐਵੇਂ ਫਿਰ ਲਿਖਾਰੀਆਂ। ਐਵੇਂ ਕਈ ਵਾਰੀ ਇਹ ਹੁੰਦਾ ਹੈ ਸਾਡੇ ਇਤਿਹਾਸਿਕ ਗ੍ਰੰਥਾਂ ਦਾ ਫਿਰ ਬੜੀ ਤਰੀਕੇ ਨਾਲ ਵਿਵਾਦ ਪੈ ਜਾਂਦਾ ਸੀ। ਇੱਕ ਗ੍ਰੰਥ ਦੀ ਗੱਲ ਨੂੰ ਫੜ ਕੇ ਕਹਿ ਦਿੰਦੇ ਉਹਦੇ ਵਿੱਚ ਤੇ ਇਹ ਲਿਖਿਆ। ਇਹ ਨਹੀਂ ਹੁੰਦਾ। ਇਤਿਹਾਸਕਾਰ ਅਲੱਗ ਚੀਜ਼ ਹੁੰਦੀ ਹੈ। ਹਿਸਟੋਰੀਅਨ ਨੂੰ ਸਾਰੀਆਂ ਚੀਜ਼ਾਂ ਨੂੰ ਪੜ੍ਹ ਕੇ ਉਹਦਾ ਇੱਕ ਸੈਂਟਰਲ ਜਿਹਾ ਆਈਡੀਆ ਲੈਣਾ ਹੁੰਦਾ ਵੀ ਗੱਲ ਹੈ ਕੀ ਹੈ। ਜੇ ਆਪਾਂ ਇੱਕ ਗ੍ਰੰਥ ਦੀ ਗੱਲ ਸੁਣਾਂਗੇ ਫਿਰ ਦੂਜੇ ਦੀ, ਫਿਰ ਐਵੇਂ ਤੇ ਵਿਵਾਦ ਕਦੇ ਮੁੱਕਣੇ ਕੋਈ ਨਹੀਂ। ਸੋ ਸਤਿਗੁਰੂ ਮਹਾਰਾਜ ਆਗਰੇ ਚਲੇ ਗਏ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ, ਕਿਉਂਕਿ ਉਹ ਇਤਿਹਾਸਕਾਰ ਨੇ, ਦਾਸ ਤੇ ਇਤਿਹਾਸਕਾਰ ਕੋਈ ਨਹੀਂ। ਉਹ ਲਿਖਦੇ ਨੇ ਇਹ 300 ਰੁਪਈਆ ਉਸ ਸਮੇਂ ਬਹਾਦਰ ਸ਼ਾਹ ਨੇ ਇਹ ਮੁਕਰਰ ਕਰ ਦਿੱਤਾ ਵੀ ਸਰਹੰਦ ਦੇ ਨਵਾਬ ਤੋਂ, ਵਜ਼ੀਰ ਖਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤਾ ਜਾਏ ਆਏ ਮਹੀਨੇ ਸਰਕਾਰੀ ਖਜ਼ਾਨੇ 'ਚੋਂ। ਇੱਕ ਤੇ ਉਹਨੂੰ ਇਹ, ਦੂਜਾ ਇਹ ਵੀ ਉੱਥੇ ਤੈਅ ਹੋਇਆ ਵੀ ਵਜ਼ੀਰ ਖਾਨ ਨੇ ਜਿਹੜੇ ਪਾਪ ਕੀਤੇ ਨੇ ਉਹਦੀ ਸਜ਼ਾ ਵੀ ਉਹਨੂੰ ਦਿੱਤੀ ਜਾਏ। ਹੁਣ ਵੇਖੋ ਇੱਥੇ ਦੋ ਗੱਲਾਂ ਨੇ। ਆਪਾਂ ਇਹ ਵੀ ਨਹੀਂ ਕਹਿ ਸਕਦੇ ਬਹਾਦਰ ਸ਼ਾਹ ਆਪਣੇ ਆਪ ਵਿੱਚ ਪੂਰਾ ਠੀਕ ਹੈ, ਕਿਉਂਕਿ ਰਾਜਨੀਤਿਕ ਬੰਦੇ ਆਪਣਾ ਰਾਜਨੀਤਿਕ ਲਾਹਾ ਲੈਂਦੇ ਹੁੰਦੇ ਨੇ। ਉਸ ਤੋਂ ਬਾਅਦ ਫਿਰ ਉਹ ਲਾਹਾ ਲੈਣ ਤੋਂ ਬਾਅਦ ਫਿਰ ਉਹਨਾਂ ਦੀਆਂ ਅੱਖਾਂ ਹੋਰ ਹੁੰਦੀਆਂ ਨੇ, ਕਿਉਂਕਿ ਉਹ ਖੁਦਾ ਪ੍ਰਸਤ ਬੰਦੇ ਨਹੀਂ ਹੁੰਦੇ। ਰੱਬ ਦੇ ਭੈ ਵਾਲੇ ਤੇ ਡਰ ਵਾਲੇ ਨਹੀਂ ਹੋਇਆ ਕਰਦੇ। ਉਹਨਾਂ ਦਾ ਸਿਰਫ ਤੇ ਸਿਰਫ ਟੀਚਾ ਆਪਣੇ ਰਾਜ ਪ੍ਰਬੰਧ ਤੇ ਹੀ ਹੁੰਦਾ ਹੈ। ਰਾਜ ਨੂੰ ਪ੍ਰਾਪਤ ਕਿਵੇਂ ਕਰਨਾ ਹੈ, ਉਹ ਭਾਵੇਂ ਕਿਸੇ ਕੇ ਝੁੱਕ ਕੇ ਕਰਨਾ ਪਏ, ਜੋ ਮਰਜ਼ੀ ਸ਼ਾਮ ਦਾਮ ਦੰਡ ਭੇਦ ਜੋ ਮਰਜ਼ੀ ਕਰਨਾ ਪਏ, ਪ੍ਰਾਪਤ ਕਰਨਾ ਹੈ। ਇਹੋ ਜਿਹਾ ਕੰਮ ਅੱਜ ਕੱਲ੍ਹ ਵੀ ਹੋ ਰਿਹਾ। ਕਿਸੇ ਧਰਮ ਨੂੰ ਨੀਵਾਂ ਵਿਖਾ ਕੇ ਫਲਾਣਾ ਧਰਮ ਦੇ ਲੋਕ ਤੇ ਫਲਾਣੇ ਧਰਮਾਂ ਵਾਲਿਆਂ ਨਾਲ ਲੜ ਰਹੇ ਨੇ। ਇਹੋ ਜਿਹੀ ਗੱਲ ਹੁੰਦੀ ਕੋਈ ਨਹੀਂ। ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ, ਸਿੱਖ ਧਰਮ ਦੇ ਵਿੱਚ ਤੇ ਇਹ ਸਿੱਖਿਆ ਨਹੀਂ ਦਿੱਤੀ ਗਈ ਵੀ ਤੁਸੀਂ ਕਿਸੇ ਮੰਦਿਰ ਤੋਂ ਹਮਲਾ ਕਰੋ, ਕਿਸੇ ਮਸਜਿਦ 'ਤੇ ਕਰੋ। ਇਹ ਤਾਂ ਸਿੱਖਿਆ ਨਹੀਂ। ਇੱਧਰ 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਇੱਥੇ ਤੇ ਗੱਲ ਹੀ ਇਹ ਹੈ ਵੀ ਸਾਰਿਆਂ ਦਾ ਸਾਂਝ ਕਰੀਜੈ, ਗੁਣਾ ਕੇਰੀ ਛੋੜ ਅਵਗੁਣ ਚੱਲੀਐ। ਗੁਣਾਂ ਦੀ ਸਾਂਝ ਕਰੋ। ਤੇ ਅੱਜ ਤਾਈਂ ਤੁਸੀਂ ਇੰਨਾ ਇਤਿਹਾਸ ਪੜ੍ਹਿਆ, ਸਿੱਖ ਧਰਮ ਨੇ ਤੇ ਕਦੀ ਇਸ ਪ੍ਰਕਾਰ ਦੀ ਗੱਲ ਕੀਤੀ ਹੋਈ ਕੋਈ ਨਹੀਂ। ਜਿਸ ਪ੍ਰਕਾਰ ਦਾ ਦੋਸ਼, ਇਹ ਸਭ ਪੋਲੀਟੀਕਲ ਚੀਜ਼ਾਂ ਹੁੰਦੀਆਂ ਨੇ। ਸੰਗਤ ਨੂੰ ਅਵੇਅਰ ਹੋਣਾ ਚਾਹੀਦਾ। ਦੂਜੀ ਗੱਲ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਇਹ ਸੰਧੀ ਹੋ ਗਈ ਤੇ ਮਹਾਰਾਜ ਉੱਥੋਂ ਬੁਰਹਾਨਪੁਰ ਅੱਗੇ ਚੱਲਦੇ ਨਾਂਦੇੜ ਸਾਹਿਬ ਪਹੁੰਚ ਗਏ। ਹੁਣ ਉਹਨੇ ਵਜ਼ੀਰ ਖਾਨ ਨੇ ਪਿੱਛੇ ਪਿੱਛੇ ਮਗਰੇ ਮਗਰੇ ਜਮਸ਼ੇਦ ਖਾਂ ਤੇ ਗੁੱਲ ਖਾਂ, ਸਰਕਾਰੀ ਬੰਦੇ ਨੇ ਦੋਵੇਂ ਮਹਾਰਾਜ ਦੇ ਮਗਰ ਪਹਿਲਾਂ ਮਾਤਾ ਸੁੰਦਰ ਕੌਰ ਜੀ ਕੋਲ ਬੁਰਹਾਨਪੁਰ ਗਏ। ਉੱਥੋਂ ਪਤਾ ਕਰਕੇ ਫਿਰ ਪਹੁੰਚ ਗਏ ਨੰਦੇੜ ਸਾਹਿਬ।
ਉੱਥੇ सत्संग भी कर लगे, भेस वटा लिया। शाम का टाइम रह रास तो बाद गुरु साहब जी अंदर बैठे तंबू च, सारा खालसा आपो अपने तंबूआं विच सी। उन्होंने मौका ताड़ के महाराज जी कोल गल्लां बातां कर लगे तो अंतरों ने कटार खा के कढ़ के जमशेद खान ने महाराज सच्चे पातशाह ते हमला किया ते पेट दे विच कटार मारी, जिहड़ी बड़ी डूंगी चली गई। पर महाराज ने खब्बे हत्थ दे नाल उहदे पिछों झग्गे नूं फड़ के ते सराणे पई कटार दे नाल उहदा उत्थे ही भोग पा छड्डिया। गुल खान नूं बाहर सिंघां ने फड़ लिया। उन्हें बाहर जाके सारा भेद दस्सिया, मैनूं किहने भेजिया, क्यों भेजिया, सारी गल उन्हें दसी। फिर महाराज उस समय बहादुर शाह ने अंग्रेजी डॉक्टर भी भेजे, इलाज होने लगा। अंत नूं पंचमी का दिन आया, अज पंचमी का दिहाड़ा है। 1708 ईस्वी नूं महाराज जी एक तीर के उत्ते चिल्ला चढ़ाउण लगे तो जिहड़े जख्म ने फिर खुल गए, अल्ले सन। महाराज ने सिख संगतां नूं कहा भी नहीं, हुण कोई इलाज नहीं करना, आपां इस दुनिया के उत्तों सरीरक जिहड़ा चोला है वो त्यागना है तो जोत गुरु ग्रंथ साहब जी नूं देनी है। तो वो आपां पिछे जो गुरु साहब जी का गुरगद्दी दिवस भी मनाया है। आग्या पई अकाल की तबे चलायो पंथ, सब सिखण को हुक्म है गुरु मान्यो ग्रंथ। महाराज सच्चे पातशाह ने गुरु ग्रंथ साहिब सच्चे पातशाह नूं गुरगद्दी जिहड़ी नांदेड़ साहब की धरती दित्ती। ये पता कित्थों लगदा, वो दोवें सरकारी ने। जिदन जमशेद खान ते गुल खान मारे जाते ने, बहादुर शाह वालों उन्होंने मातमी खिल्लत दित्ती जाती है। हुण ये मातमी खिल्लत देण दा मतलब ये है भी वो उन्होंने किते ना किते सरकारी तंत्र के हिस्से ने। और बहादुर शाह नूं ये डर भी सी भी गुरु गोबिंद सिंह सच्चे पातशाह किते, क्योंकि सतवीर सिंह जी लिखते हैं गुरु गोबिंद सिंह जी ने खुद विचार बनाया सी भी आपां मुड़ पंजाब नूं जावांगे। फिर बाबा बंदा सिंह बहादुर नूं पहलां तोरिया। सो साध संगत गुरु गोबिंद सिंह सच्चे पातशाह अंतला समा गोदावरी के कंढे ते सच्चे पातशाह ज्योति जोत समा गए। सच्चे पातशाह वैसे गुरु जिहड़ा हुंदा है, गुरु शरीर नहीं होया करदा, गुरु शुरू तो ही जोत है। तो जोत रूप में गुरु ग्रंथ साहब जी के रूप में सतगुरु सच्चे पातशाह सदैव ही साडे नाल हन। हाँ, शरीर का जिहड़ा चोला है वो गुरु बदलदा हुंदा है, जिवें पहली पातशाही तो दूजी, दूजी तो तीजी, तीजी तो चौथी। सो अज महाराज जी का ज्योति जोत पर्व है, ये उन्हों का इतिहास है। इस तो अगांह मैं इतिहास की होर गहराई तो डूंघाई विच ना जावां, क्योंकि ये लिए फिर अज तो होर बड़ा लंबा समा चाहिए है। किहड़ी गल किवें होई, क्यों होई, ये इतिहास दीयां बरीकियां हुंदियां। सो आओ आपां फिर अपना ध्यान गुरु शब्द वाल लैके चलीए। सच्चे पातशाह महाराज के नानक सतगुर बाज मुठा मन मुखो अहंकारी। देखो गुरु जिहड़ा हुंदा है, गुरु उपदेश दिंदा है ते सिख जिहड़ा हुंदा है उहदा कारज हुंदा है उपदेश नूं मन्ने। कई बारी की हुंदा है, जो उपदेश दिता जा रहा हुंदा है उहदे अनुकूल साडी मानसिकता नहीं हुंदी, चेतनता नहीं हुंदी, तां करके जिहड़ा उपदेश है उन्होंने आपां ग्रहण करके रखना औखा हो जाता है। जिमें कई बारी मान लो बच्चे खेड रहे हैं, वह पिता बाहर जाके कहता पुत्रो पढ़ाई करो, पर बच्चे का ध्यान इन्ना क ज़्यादा खेड विच है, वो उस उपदेश नूं लैण दे उस टाइम मूड विच ही है नहीं। वो कहना मैं तो खेडना है, रोण लग जाएगा पर मन्नेगा नहीं। यही गल है, गुरु उपदेश आपां रोज़ हुक्मनामे के रूप में, कथा के रूप में रोज़ सुनते हैं, पर जदों तई मनुख का भांडा उड्डा वड्डा नहीं ना हुंदा, उदों तई जिहड़ा ये शब्द है ये अंदर नहीं जाता। हुण जदों तई शब्द अंदर नहीं जाएगा, बाणी कहंदी मत विच रतन जवाहर माणिक जे गुर की सिख सुनी। हुण जदों तई उपदेश अंदर नहीं जाएगा, फिर जिहड़ियां आपां पंक्तियां पढ़दे आ ना जपजी साहिब च, सुणिया ईश्वर बर्मा इंद। हुण इहदे अर्थ ज्ञानी साहब सिंह जी की करते हैं, प्रोफैसर साहब सिंह कहते किते गुरु उपदेश इंसान के अंदर गहरा चला जाए ना, हिरदे दे तल ते मन ले, ओदी अवस्था जिड्डे वड्डे देवते ने शिव जी, ईश्वर, ब्रह्मा और इंद्र, एड्डे वड्डी अवस्था ओदी हो जाती है। एड्डी वड्डी अवस्था का वह मालक बन जाता है, रिद्धियां सिद्धियां का मालक बन जाता है। सुनिया है महाराज इस पौड़ी में सुनिया जोग जुगत तन भेद उहदे अंदर
ਕਿਹੜਾ ਵਿਕਾਰ ਕਿਵੇਂ ਕੰਮ ਕਰ ਰਿਹਾ, ਇੰਦਰੀਆਂ ਕੀ ਨੇ, ਕਿੱਥੋਂ ਕੀ ਹੋ ਰਿਹਾ, ਉਹਨੂੰ ਆਪਣੇ ਅੰਦਰ ਦੀ ਟੋਟਲ ਸੋਝੀ ਜਿੰਨੀ ਮਨੋਵਿਗਿਆਨਿਕਤਾ ਹੈ, ਬ੍ਰਹਮੰਡ ਵਿੱਚ ਕੀ ਕੀ ਹੋ ਰਿਹਾ ਹੈ, ਸਾਰਾ ਗਿਆਨ ਉਹਦੇ ਅੰਦਰ ਹੈ ਪਹਿਲਾਂ ਹੀ, ਬਸ ਉਹ ਪ੍ਰਗਟ ਹੋ ਜਾਂਦਾ ਹੈ। ਇਹ ਕਦੋਂ? ਜਦੋਂ ਉਪਦੇਸ਼ ਚੇਤਨਤਾ ਬੜੀ ਗਹਿਰੀ ਹੋ ਜਾਏ, ਲੀਨਤਾ ਹੋ ਜਾਏ ਜਦੋਂ ਇਨਸਾਨ ਦੀ। ਮਹਾਰਾਜ ਫਿਰ ਅੱਗੇ ਕਹਿੰਦੇ ਨੇ, ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ। ਹਰੀ ਦੇ ਜਿਹੜੇ ਦਾਸ ਨੇ ਉਹ ਸਭ ਕੁਝ ਪਰਮਾਤਮਾ 'ਤੇ ਛੱਡ ਕੇ ਜਿਉਂਦੇ ਨੇ, ਟੋਟਲ ਰੂਪ ਵਿੱਚ ਸਰੈਂਡਰ। ਜਿਹੜਾ ਸਾਡਾ ਮਾਰਗ ਹੈ ਨਾ, ਭਗਤੀ ਮਾਰਗ ਹੈ ਸਾਡਾ, ਰਾਜ ਯੋਗ ਦਾ ਮਾਰਗ ਹੈ। ਵੈਸੇ ਤਾਂ ਦੁਨੀਆ ਵਿੱਚ ਸਵਾਮੀ ਵਿਵੇਕਾਨੰਦ ਨੇ 4 ਯੋਗ ਲਿਖੇ ਨੇ, ਗਿਆਨ ਯੋਗ ਲਿਖਿਆ ਹੈ, ਭਗਤੀ ਯੋਗ ਲਿਖਿਆ ਹੈ, ਰਾਜ ਯੋਗ ਲਿਖਿਆ ਹੈ, ਕਰਮ ਯੋਗ ਲਿਖਿਆ ਹੈ। ਇਹ ਸਾਰੇ ਮਾਰਗ ਸਨ ਪਰਮਾਤਮਾ 'ਤੇ, ਅੱਡ ਅੱਡ ਸਮੇਂ ਦੇ ਅੱਡ ਅੱਡ ਮਾਰਗ ਸਨ। ਪਰ ਮਹਾਰਾਜ ਨੇ ਕਿਹਾ ਵੀ ਨਹੀਂ, ਅੱਜ ਦਾ ਸਮਾਂ ਤਾਂ ਫਿਰ ਭਗਤੀ ਯੋਗ ਦਾ ਹੈ। ਭਗਤੀ ਯੋਗ ਕੀ ਹੰਕਾਰ ਪਹਿਲਾਂ ਹੀ ਦੁਨੀਆ 'ਚ ਬੜਾ ਹੈ। ਹੁਣ ਗਿਆਨ ਯੋਗ ਤੇ ਲਾਸਟ ਵਿੱਚ ਖਤਮ ਕਿੱਥੇ ਹੋਣਾ ਹੈ? ਅਹੰਗ ਬ੍ਰਹਮਅਸਮੀ। ਜਿਵੇਂ ਮਨਸੂਰ ਕਹਿੰਦਾ ਹੈ ਅਨਲ ਹੱਕ, ਗਿਆਨ ਯੋਗ ਨੇ ਖਤਮ ਹੀ ਇੱਥੇ ਹੋਣਾ, ਮੈਂ ਹੀ ਬ੍ਰਹਮਾ। ਤੇ ਭਗਤੀ ਯੋਗ ਨੇ ਕਿੱਥੇ ਖਤਮ ਹੋਣਾ ਹੈ? ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ। ਕਿਆ ਲੱਗ, ਦੋਵੇਂ ਵਿਪਰੀਤ ਹੋ ਗਏ ਨਾ। ਵੇਖਣ ਵਿੱਚ ਵਿਪਰੀਤ ਨੇ, ਪਰ ਜਦੋਂ ਦੋਵੇਂ ਜਿਹੜੇ ਭਗਤੀ ਯੋਗ ਵਾਲਾ ਔਰ ਗਿਆਨ ਯੋਗ ਵਾਲਾ ਜਦੋਂ ਦੋਵੇਂ ਇੱਕ ਅਵਸਥਾ 'ਤੇ ਪਹੁੰਚਦੇ ਨੇ, ਉੱਥੇ ਜਾ ਕੇ ਦੋਵਾਂ ਦੀ ਅਵਸਥਾ ਇੱਕ ਹੋ ਜਾਂਦੀ ਹੈ। ਉਹਦੀ ਅਵਸਥਾ ਉਹਦੇ ਵਿੱਚ, ਜਿਵੇਂ ਸ਼੍ਰੀ ਕ੍ਰਿਸ਼ਨ ਜੀ ਗੀਤਾ ਵਿੱਚ ਕਹਿੰਦੇ ਨੇ, ਮੈਂ ਹੀ ਆਇਆ ਸੀ, ਮੈਂ ਹੀ ਇਹ ਕਰਦਾ, ਤੂੰ ਅਰਜੁਨ ਮੇਰੇ ਵਿੱਚ ਲੀਨ ਹੋ। ਇੱਥੇ ਮੇਰੇ ਦਾ ਭਾਵ ਅਗਰ ਅਸੀਂ ਆਪਣੀ ਬੁੱਧੀ ਨਾਲ ਪੜ੍ਹਾਂਗੇ ਤਾਂ ਸੋਚਾਂਗੇ ਮੇਰੇ ਦਾ ਭਾਵ ਉਹ ਕਹਿ ਰਹੇ ਨੇ ਮੇਰੇ ਵਿੱਚ, ਵੀ ਮੇਰੇ ਸਰੀਰ ਵਿੱਚ, ਮੇਰੇ ਪੰਥ ਵਿੱਚ। ਇਹ ਭਾਵ ਨਹੀਂ ਹੈ ਉੱਥੇ। ਉੱਥੇ ਭਾਵ ਪਤਾ ਕੀ ਅਹਿਸਾਸ ਹੈ? ਉੱਥੇ ਭਾਵ ਬਣਦਾ ਹੈ ਵੀ ਉਹ ਜਿਹੜੀ ਜੀਵ ਆਤਮਾ ਅੰਦਰਲਾ ਆਤਮਿਕ ਰੂਪ ਹੈ, ਉੱਥੋਂ ਦੀ ਗੱਲ ਹੋ ਰਹੀ ਹੈ। ਫਿਰ ਸਮਝਣ ਵਿੱਚ, ਕਿਉਂਕਿ ਉਹ ਸਾਡਾ ਮਾਰਗ ਨਹੀਂ ਹੈ ਗਿਆਨ ਯੋਗ ਦਾ। ਸੋ ਮਹਾਰਾਜ ਕਹਿੰਦੇ ਨੇ ਹਰੀ ਦੇ ਦਾਸ ਕਿਵੇਂ ਜਿੰਦੇ ਨੇ? ਉਹ ਇਸ ਗੱਲ 'ਤੇ ਜਿੰਦੇ ਨੇ, ਪਰਮਾਤਮਾ ਤੂੰ ਸਾਨੂੰ ਜਦੋਂ ਦੁਨੀਆ 'ਤੇ ਪੈਦਾ ਕੀਤਾ, ਸਾਨੂੰ ਕੁਛ ਨਹੀਂ ਤੂੰ ਪੁੱਛਿਆ। ਸਾਡੇ ਤੋਂ ਉਹਨੇ ਕੋਈ ਪੁੱਛਿਆ ਹੀ ਨਹੀਂ ਨਾ। ਉਹਨੇ ਸਾਡੇ ਤੋਂ ਇਹ ਪੁੱਛਿਆ ਤੈਨੂੰ ਰੂਪ ਕਿਹੜਾ ਚਾਹੀਦਾ, ਰੰਗ ਕਿਹੜਾ ਚਾਹੀਦਾ, ਪਿੰਡ ਕਿਹੜਾ ਚਾਹੀਦਾ, ਮਾਂ ਬਾਪ ਕਿਹੜੇ ਚਾਹੀਦੇ ਨੇ, ਕਿਹੜੇ ਸ਼ਹਿਰ ਵਿੱਚ ਜਾਣਾ। ਸਾਡੇ ਤੋਂ ਉਹਨੇ ਕੁਛ ਨਹੀਂ ਪੁੱਛਿਆ। ਬਾਣੀ ਕਹਿੰਦੀ ਵੀ ਪਰਮਾਤਮਾ ਜੋ ਤੂੰ ਸਾਡੇ ਤੋਂ ਕੋਈ ਪੁੱਛਿਆ ਹੀ ਨਹੀਂ, ਪੁੱਛ ਕੇ ਕੀਤਾ ਹੀ ਨਹੀਂ, ਫਿਰ ਗਾਂ ਸਾਡੇ ਤੋਂ ਪੁੱਛ ਕੇ ਕੀ ਕਰੇਗਾ? ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ, ਕੰਠ ਲਗਾਏ ਲੀਏ ਤਿਸ ਠਾਕੁਰ ਸਰਣੀ। ਮਹਾਰਾਜ ਕਹਿੰਦੇ ਉਸ ਪਰਮਾਤਮਾ ਨੇ ਉਹਨਾਂ ਦਾਸਾਂ ਨੂੰ ਆਪਣੇ ਗਲ ਨਾਲ ਲਾ ਲਿਆ ਜਿਹੜੇ ਉਹਦੀ ਸ਼ਰਨ ਵਿੱਚ ਪੈ ਗਏ। ਬਲ ਬੁੱਧ ਗਿਆਨ ਧਿਆਨ, ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਨੇ ਉਹਨਾਂ ਨੂੰ ਬੁੱਧੀ, ਬਲ, ਗਿਆਨ, ਧਿਆਨ ਅਤੇ ਆਪਣੇ ਹੁਕਮ ਦੀ ਸੋਝੀ ਦੇ ਦਿੱਤੀ। ਦੇਖੋ ਪਰਮਾਤਮਾ ਦਾ ਜਿਹੜਾ ਭਗਤ ਹੁੰਦਾ ਹੈ ਉਹ ਭਾਵੇਂ ਕਿਸੇ, ਕਿਉਂਕਿ ਭਗਤ ਦੇ ਨਾਲ ਮਜ਼ਹਬ ਨਹੀਂ ਜੋੜਿਆ ਜਾ ਸਕਦਾ। ਜਿਵੇਂ ਸੂਰਜ ਦੇ ਨਾਲ ਤੁਸੀਂ ਦੇਸ਼ ਨਹੀਂ ਜੋੜ ਸਕਦੇ। ਸੂਰਜ ਦੇ ਨਾਲ ਇਹ ਨਹੀਂ ਕਿਹਾ ਜਾ ਸਕਦਾ ਸੂਰਜ ਅਮਰੀਕਾ ਦਾ ਹੈ ਕਿ ਭਾਰਤ ਦਾ ਹੈ, ਉਹ ਸਭ ਦਾ ਸਾਂਝਾ ਹੈ। ਇਵੇਂ ਜਿਹੜਾ ਭਗਤ ਹੈ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਮਸਤੰ ਅਮਜਬੇ, ਪਰਮਾਤਮਾ ਕਿਸੇ ਇੱਕ ਮਜ਼ਹਬ ਦਾ ਨਹੀਂ ਹੈ, ਉਹ ਸਾਰਿਆਂ ਦਾ ਸਾਂਝਾ ਹੈ। ਇਵੇਂ ਜਿਹੜਾ ਵੀ ਇਸ ਅਵਸਥਾ 'ਤੇ ਪਹੁੰਚਦਾ, ਮੈਂ ਕਈ ਵਾਰੀ ਕਹਿੰਦਾ ਮਹਾਰਾਜ ਨੇ ਨਾ, ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਸ਼ਬਦ ਲੱਗਿਆ, ਪਿਛਲੀ ਵਾਰੀ ਮੈਂ ਬੇਨਤੀ ਕੀਤੀ, ਜਿਨ ਸੇਵਿਆ ਤਿਨ ਪਾਇਆ ਮਾਨ। ਇੱਥੇ ਜਿਹੜਾ ਜਿਨ ਸ਼ਬਦ ਹੈ ਨਾ, ਇਹ ਪੜਨਾਵ ਹੈ। ਇੰਗਲਿਸ਼ ਵਿੱਚ ਆਪਾਂ ਕਹਿੰਦੇ ਹਾਂ ਪ੍ਰੋਨਾਊਨ। ਪ੍ਰੋਨਾਊਨ ਕੀ ਹੁੰਦਾ? ਜਿਹੜਾ ਨਾਊਨ ਦੀ ਥਾਂ 'ਤੇ ਆਵੇ। ਨਾਊਨ ਕੀ ਹੈ? ਨਾਊਨ ਵਿੱਚ ਸਾਰੇ ਨਾਮ ਨੇ, ਜਿੰਨਾ ਕੁਝ ਵੀ ਹੈ ਸਭ ਨਾਊਨ ਹੈ। ਇਨਸਾਨ ਨੇ ਹਰ ਚੀਜ਼ ਨੂੰ ਨਾਮ ਦਿੱਤਾ ਹੋਇਆ ਹੈ। ਇਹ ਹੈ ਪੜਨਾਵ। ਜੇ ਕਿਤੇ ਨਾਮ ਹੁੰਦਾ ਫਿਰ ਤੇ ਮਹਾਰਾਜ ਕਹਿੰਦੇ ਵੀ ਸਿੱਖਾਂ ਨੇ ਸੇਵਿਆ ਜਾਂ ਹਿੰਦੂਆਂ ਨੇ, ਤਾਂ ਨਹੀਂ, ਜਿਨ ਸੇਵਿਆ, ਇਹ ਆ ਗਿਆ ਪੜਨਾਵ। ਜਿੰਨੇ ਵੀ ਸੇਵਿਆ ਤਿਨ ਪਾਇਆ ਮਾਨ, ਉਹਨੇ ਹੀ ਪ੍ਰਭੂ ਤੋਂ ਮਾਨ ਪ੍ਰਾਪਤ ਕੀਤਾ। ਇਸ ਕਰਕੇ ਜਿਹੜੇ ਵੀ ਜੀ ਪਰਮਾਤਮਾ ਵਿੱਚ ਲੀਨ ਹੋ ਗਏ, ਪਰਮਾਤਮਾ ਨੇ ਉਹਨੂੰ ਬੁੱਧ, ਬਲ, ਸਿਆਣਪ ਸਭ ਕੁਝ ਬਖਸ਼ਾ। ਸਾਧ ਸੰਗਤ ਆਪ ਹੋਆ, ਆਪ ਜਗਤ ਤਰਾਇਆ। ਪਰਮਾਤਮਾ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਤਸੰਗ ਬਖਸ਼ੀ, ਉਹਨਾਂ ਦੇ ਹਿਰਦੇ ਵਿੱਚ ਉਹ ਆਪ ਬਹਿ ਗਿਆ ਅਤੇ ਇਸ ਜਗਤ ਨੂੰ ਉਹਨੇ ਆਪ ਤਰਾਇਆ। ਇਸ ਜਗਤ ਤੋਂ ਉਹਨਾਂ ਨੂੰ ਆਪ ਤਰਾਇਆ। ਰਾਖ ਲੀਏ ਰੱਖਣ ਹਾਰੈ ਸਦਾ ਨਿਰਮਲ ਕਰਨੀ।
परमात्मा ने उन्होंने रख लिया तो उन्होंने जिहड़ी करनी है सदा लई निर्मल हो गई। उन्हों दे अंदरों जिहड़ा कर्म प्रगट होया वो निर्मल हो गया, उन्हों दा बोल निर्मल हो गया, उन्हों दा वेखना निर्मल हो गया, उन्हों दा तुरना निर्मल है। महाराज बाणी विच भी कहते हैं उन्हों दा सब कुछ ही निर्मल है, उन्हों दा खादा पीता सौना जागना सब कुछ निर्मल है। बाणी कहती जे बाहरों कुछ भुल चुक नाल बोल भी देंदे ने ना फिर भी वो सियाणे ने, क्योंकि वो हिरदे दे तल तो कदे निर्मलताई तो दूर नहीं हुंदे। ਜਿਹੜੇ परमात्मा नाल जुड़ गए उन्हों का सब कुछ निर्मल है। महाराज अगे कहते हैं नानक नरक ना जाए कबहूँ हर संत हर की सरणी। ਜਿਹੜੇ प्रभु दे विच लीन होने वाले हरि दे संत हैं, ਜਿਹੜੇ सत दे विच लीन हो गए वो कदे नरकां दी अग विच नहीं सड़ गए, वो कदे नरकां नूं नहीं जांदे। देखो इत्थे गुरबाणी ने नरक शब्द ही लिखिया सीधा नरकां नूं नहीं जांदे। हुण असीं अगर इहदा साइकोलॉजिकली अर्थ करिए भी नरक दा भाव विकार ये तो देखो साडी अपनी फिर खोज है ना, इनू दोवें खोजां विच रख सकते हैं आपां, उधर भी लै सकते हैं, पर इत्थे महाराज ने नरक दे एग्जिस्टेंस नूं भी तो लिखिया ना। महाराज ने यह भी लिखिया भी नरक भी जाता है बंदा। मां जिवें गुरु रामदास सच्चे पातशाह का शब्द है निंदा भली किसे की नाही मनमुख मुगत करन मूँह काले तिन निंदका नरके घोर पवन। हुण इत्थे नरक का एग्जिस्टेंस है। कई बारी आपां ना जदों फिलोसफिकली आपां वेखीदा है तो विद्वान पता की कहंदे ने गुरु नानक साहब ने नरक का कंसैप्ट और स्वर्ग का कंसैप्ट फलाणियां तो लिया है, जिहड़ा कर्म का कंसैप्ट है वो बौद्ध धर्म तो लिया है। एवें असल च गल की है भी ना गुरु नानक साहब के मत विच सारे मतां दे कंसैप्ट होंदे ने, पर यह नहीं है गुरु नानक ने किसी तो उधारे लए हैं, ये मतलब नहीं है। कंसैप्ट सारे ने। इत्थे सच्चे पातशाह ने कर्म का कंसैप्ट भी लिया, आपे बीज आपे ही खाओ। ये महात्मा बुद्ध का सारा कंसैप्ट ही ये है। दंपत नूं पढ़दे आ उहदा कंसैप्ट ही ये है कि कर्म ही प्रधान है, कर्म ही पूजा है, रब की पूजा की लोड़ ही कोई नहीं, कर्म सीधा करो। महाराज सच्चे पातशाह ने सारे कंसैप्ट लए हैं, पर यह कंसैप्ट एग्जिस्ट करते हैं तां गल है। हुण ये सच्चे पातशाह कह रहे हैं भी जिहड़े परमात्मा नूं ध्याउंदे हन सच्चे पातशाह उन्हां नूं रखदे हन। और बाणी ने तो ना ये भी लिखिया भी जिहड़े परमात्मा नूं ध्याउण लग जांदे ने ना, सतगुर कहंदे औखी घड़ी ना देखण देई अपना बिरद संभाले। हुण इत्थे बिरद का शब्द है सुभाਅ, इहदा मतलब रब का सुभाਅ की है भी जिहड़े उन्होंने ध्याउंदे हन उन्हां दी रखिया करदा है इस लोक विच भी ते परलोक विच भी। एक होर गल है, जे परमात्मा साडी इत्थे रखिया नहीं करदा, इत्थे इच्छा पूर्ति या कोई गल नहीं कर रहा, फिर साडे ते विश्वास किवें वधेगा भी वो परलोक विच भी करेगा। पहलां ते बंदे दा प्रैक्टिकल इत्थे होना है, तां करके बन गया यह लोक सुखीए दैन परलोक है। पहला लोक है। अगर लोक दे बन कहते औखी घड़ी ना देखण देई अपना बिरद संभाले हाथ दे रख अपने को साथ साथ स्मृत पाले। प्रभ स्यों लाग रहे हो मेरा चीज। इस करके सानू पहला प्रैक्टिकल ये करना चाहिए सी। वाहिगुरू जी अगे अरदास करिए सानू कोई भी दुख है, कोई भी तकलीफ है, कोई भी दिक्कत है, क्योंकि बाणी कहती दुख ते सुख देने वाला ही वो है। दुख सुख प्रभ देवनहार, जे वही दिंदा है, जे क्रिएटर वो है फिर दुख नूं कट्टेगा भी वही, होर नहीं कट सकता कोई। एवें आपां वक्ती तौर पर कभी किसी कोल, क्योंकि जो बंदा दुखी हुंदा है तुसीं वेखिओ तकरीबन या तो दवाइयां की सिफत करेगा तो या डॉक्टरां की करेगा। बाणी कहती ना दवाइयां की सिफत कर ना डॉक्टरां की कर। हो सकता है जिहड़ी डॉक्टर तो तैनूं आराम आया उस तो 50 मरीजों नूं ना आया होए, क्योंकि परमात्मा ने तेरे लिए बनत उहदी बनाई है, सारियां लई नहीं बनाई। इस करके सच्चे पातशाह ये कोई पता नहीं किहड़े थां तो किस इंसान नूं की सुख देना चाहुंदे हन। इहदियां ओहदियां गल्लां सच्चे पातशाह कहंदे वो आप ही जानदा है। जेवड़ आप बाणी कहंदी जाणै आप वो अपने आप नूं आप ही जानदा है, साडी बुद्धि बल दी गल नहीं है। सो सच्चे पातशाह लास्ट विच मैं फिर वो पंक्ति नानक नरक न जाए कबहूँ हर संत हर की शरणी। हरि दे जिहड़े संत हन जो हरि विच लीन हो गए हन, जिन्हां ने सत नूं जान लिया है, जिन्हां दी सुरत सत दे विच लीन हो गई है,
ਉਹ ਨਰਕ ਤੇ ਸਵਰਗ ਇਹਨਾਂ ਦੋਵਾਂ ਤੋਂ ਉੱਤੇ ਉੱਠ ਜਾਂਦੇ ਹਨ। ਇਹਨਾਂ ਦੋਵਾਂ ਤੋਂ ਉਹਨਾਂ ਦੀ ਸੁਰਤ ਉੱਤੇ ਉੱਠ ਜਾਂਦੀ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਸਾਨੂੰ ਆਪਣੇ ਨਾਲ ਜੋੜਨ, ਪ੍ਰਮਾਤਮਾ ਜੀ ਆਪਣੇ ਨਾਲ ਜੋੜਨ। ਜਿਵੇਂ ਮਹਾਰਾਜ ਕਹਿੰਦੇ ਨੇ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਐਸਾ ਪਿਆਰ ਪ੍ਰਮਾਤਮਾ ਨਾਲ ਬਣੇ। ਜਿਵੇਂ ਭਗਤ ਧੰਨਾ ਜੀ ਕਹਿੰਦੇ ਹਨ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਤੂੰ ਉਹਨਾਂ ਦੇ ਕਾਰਜ ਸਵਾਰਦਾ ਜਿਹੜੇ ਤੇਰੀ ਭਗਤੀ ਕਰਦੇ ਹੋ। ਅੰਤ ਵਿੱਚ ਮੈਂ ਧੰਨਵਾਦ ਕਰਾਂਗਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਜੀ ਸੰਤ, ਧਰਮ ਪ੍ਰਚਾਰ ਦੇ ਚੇਅਰਮੈਨ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਜਿਨ੍ਹਾਂ ਵੱਲੋਂ ਬੜੇ ਅੱਛੇ ਔਰ ਸੁਚੱਜੇ ਉਪਰਾਲੇ ਹਰਿਆਣਾ ਕਮੇਟੀ ਦੇ ਉਥਾਨ ਦੇ ਲਈ ਕੀਤੇ ਜਾ ਰਹੇ ਹਨ, ਸਿੱਖ ਸੰਗਤਾਂ ਦੇ ਭਲੇ ਲਈ ਕੀਤੇ ਜਾ ਰਹੇ ਹਨ।